प्यारे बच्चों सत श्री अकाल। अज आप करांगे 10वीं जमात का समाजिक विज्ञान का लैसन भारतीय अर्थव्यवस्था में सेवा खेतर। सो पहला सानू ये पता होना चाहिए कि अर्थव्यवस्था की है। सो बच्चों अर्थव्यवस्था एक अजिहा प्रबंध होंदा है जिस दे मुताबिक ਵੱਖ-ਵੱਖ आर्थिक क्रियावां कीतियां जांदियां हन। हुण गल इह आउंदी है कि आर्थिक क्रियावां की हुंदियां हन। आर्थिक क्रियावां ਉਹ क्रियावां हुंदियां हन जो लोकां ਵੱਲੋਂ ਆਪਣੀਆਂ रोज़ाना ਦੀਆਂ ਲੋੜਾਂ ਨੂੰ पूरा ਕਰਨ ਲਈ ਕੀਤੀਆਂ ਜਾਂਦੀਆਂ ਹਨ। इन्हां विच वस्तुआं जां सेवावां प्रदान करना, वस्तुआं बनाउणा, खरीदना जां बेचना आदि गतिविधियां कीतियां जांदियां हन। तुहानूं पता है कि मनुੱਖ ਦੀਆਂ ਲੋੜਾਂ असीमित ਹੁੰਦੀਆਂ ਹਨ ਤੇ ਉਹਨਾਂ ਲੋੜਾਂ ਨੂੰ पूरा ਕਰਨ ਵਾਲੇ ਸਾਧਨ ਸੀਮਿਤ ਹੁੰਦੇ ਹਨ। ਤਾਂ ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹੁੰਦੀਆਂ ਜਿਹੜੀਆਂ ਮਨੁੱਖ ਦੀਆਂ ਅਸੀਮਤ ਲੋੜਾਂ ਨੂੰ ਸੀਮਿਤ ਸਾਧਨਾਂ ਦੇ ਨਾਲ ਪੂਰਾ ਕਰਨ ਲਈ ਕੀਤੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਸਕਰੀਨ ਦੇ ਉੱਤੇ ਤੁਸੀਂ ਕੁਝ ਤਸਵੀਰਾਂ ਦੇਖ ਰਹੇ ਹੋਵੋਗੇ, ਸੋ ਇਹਦੇ ਵਿੱਚ ਵੱਖ-ਵੱਖ ਕਿਰਿਆਵਾਂ ਦਿਖਾਈਆਂ ਗਈਆਂ ਜਿਹੜੀਆਂ ਅਸੀਂ ਰੋਜੀ ਰੋਟੀ ਕਮਾਉਣ ਲਈ ਕਰਦੇ ਹਾਂ। ਸੋ ਇਹ ਸਾਰੀਆਂ ਕਿਰਿਆਵਾਂ ਜਿਹੜੀਆਂ ਆਰਥਿਕ ਕਿਰਿਆਵਾਂ ਦੇ ਅੰਤਰਗਤ ਆਉਂਦੀਆਂ ਹਨ ਔਰ ਇਹ ਕੰਮ ਕਰਕੇ ਅਸੀਂ ਜੋ ਕਮਾਉਂਦੇ ਹਾਂ ਉਸ ਨੂੰ ਅਸੀਂ ਉਪਭੋਗ ਦੇ ਉੱਤੇ ਖਰਚ ਕਰ ਦਿੰਦੇ ਹਾਂ। ठीक है। सो प्यारे बच्चों विच जदों मैं तुहानूं पढ़ावांगा तो नाल तुहानूं भी मेरा साथ देना पएगा। सो जे मैं कुछ गल तुहानूं बोलण लई कहां तो सारिਆਂ ने मिल के उच्ची आवाज़ दे विच बोलना है। ठीक है। सो हुण असीं देखांगे कि अर्थ व्यवस्था दे खेतर किहड़े-किहड़े ने। सो अर्थ व्यवस्था दे विच जो भी क्रियावां हुंदियां उन्हां सारियां आर्थिक क्रियावां नूं अलग-अलग आधारां दे उप्पर ਵੱਖ-ਵੱਖ खेतरां विच वंडिया जांदा है। जिस तरीके नाल आपां देखदे हां कि मलकीयत जां मालकी दे आधार ते, ਕੰਮ ਦੀਆਂ ਸਥਿਤੀਆਂ ਦੇ ਆਧਾਰ ਤੇ ਆਰਥਿਕ ਕਿਰਿਆਵਾਂ ਦੇ ਸੁਭਾਅ ਦੇ ਆਧਾਰ ਤੇ। ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਮਲਕੀਅਤ ਜਾਂ ਮਾਲਕੀ ਦੇ ਆਧਾਰ ਦੇ ਉੱਪਰ ਆਰਥਿਕ ਕਿਰਿਆਵਾਂ ਦੇ ਕਿਹੜੇ-ਕਿਹੜੇ ਖੇਤਰ ਹਨ। ਸੋ ਇਹਦੇ ਵਿੱਚ 3 ਖੇਤਰ ਹਨ। ਸਭ ਬੱਚਿਓ ਕਿੰਨੇ ਖੇਤਰ ਹਨ? 3 ਖੇਤਰ। ਸਰਵਜਨਕ ਖੇਤਰ, ਨਿੱਜੀ ਖੇਤਰ, ਮਿਸ਼ਰਤ ਖੇਤਰ। ਇਹਨਾਂ ਤਿੰਨਾਂ ਖੇਤਰਾਂ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਸਰਵਜਨਕ ਖੇਤਰ ਕੀ ਹੈ। ਸਰਵਜਨਕ ਖੇਤਰ ਨੂੰ ਸਰਕਾਰੀ ਖੇਤਰ ਵੀ ਕਹਿ ਦਿੰਦੇ ਆ। ਸਰਕਾਰੀ ਖੇਤਰ ਇਹਨੂੰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਸ ਦੀ ਮਾਲਕ ਜਿਹੜੀ ਹੈ ਉਹ ਸਰਕਾਰ ਹੁੰਦੀ ਹੈ ਜਾਂ ਸਰਕਾਰ ਵੱਲੋਂ ਨਿਯੁਕਤ ਕੀਤੀ ਕੋਈ ਏਜੰਸੀ ਹੁੰਦੀ ਹੈ। ਬੱਚੋ ਤੁਹਾਨੂੰ ਪਤਾ ਹੋਵੇਗਾ ਕਿ ਸਰਕਾਰ ਇੱਕ ਕਲਿਆਣਕਾਰੀ ਸੰਸਥਾ ਹੈ। ਕਲਿਆਣਕਾਰੀ ਸੰਸਥਾ ਦਾ ਭਾਵ ਹੈ ਕਿ ਜੋ ਲੋਕਾਂ ਦਾ ਕਲਿਆਣ ਕਰਨ ਲਈ ਜਾਂ ਲੋਕਾਂ ਦੀ ਭਲਾਈ ਕਰਨ ਲਈ ਕੰਮ ਕਰਦੀ ਹੈ। ਤਾਂ ਲੋਕਾਂ ਦੀ ਭਲਾਈ ਦਾ ਮਤਲਬ ਇੱਥੇ ਇਹ ਹੈ ਕਿ ਲੋਕਾਂ ਨੂੰ ਇੱਕ ਅੱਛਾ ਜੀਵਨ ਪੱਧਰ ਦੇਣ ਦੇ ਵਾਸਤੇ ਜਾਂ ਵਿਕਾਸ ਕਰਨ ਵਾਸਤੇ ਸਰਕਾਰ ਬਹੁਤ ਸਾਰੇ ਕੰਮ ਕਰਦੀ ਹੈ। ਜਿਵੇਂ ਲੋਕਾਂ ਨੂੰ ਸਿਹਤ ਦੀਆਂ ਸਹੂਲਤਾਂ ਪ੍ਰਦਾਨ ਕਰਨੀਆਂ, ਸਿੱਖਿਆ ਦੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਤੇ ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਸਹੂਲਤਾਂ। ਸੋ ਇਸ ਤਰ੍ਹਾਂ ਸਰਕਾਰ ਇੱਕ ਕਲਿਆਣਕਾਰੀ ਸੰਸਥਾ ਹੈ ਤੇ ਕਲਿਆਣਕਾਰੀ ਸੰਸਥਾ ਹੋਣ ਦੇ ਨਾਤੇ ਸਰਕਾਰ ਜੋ ਵੀ ਆਰਥਿਕ ਕਿਰਿਆਵਾਂ ਕਰਦੀ ਹੈ ਉਹਨਾਂ ਨੂੰ ਕਰਨ ਦਾ ਉਦੇਸ਼ ਜਿਹੜਾ ਉਹ ਲਾਭ ਕਮਾਉਣ ਲਈ ਨਹੀਂ ਹੁੰਦਾ ਗਾ, ਬਲਕਿ ਲੋਕਾਂ ਦੀ ਭਲਾਈ ਵਿੱਚ ਵਾਧਾ ਕਰਨਾ ਹੁੰਦਾ ਹੈ। ਇਸ ਖੇਤਰ ਦੇ ਵਿੱਚ ਸਾਰੇ ਆਰਥਿਕ ਫੈਸਲੇ ਸਰਕਾਰ ਵੱਲੋਂ ਕੀਤੇ ਜਾਂਦੇ ਹਨ। ਅਗਲਾ ਖੇਤਰ ਹੈ ਨਿੱਜੀ ਖੇਤਰ। ਬੱਚੋ ਨਿੱਜੀ ਖੇਤਰ ਦੇ ਵਿੱਚ ਮਾਲਕ ਪੂੰਜੀਵਾਦੀ ਲੋਕ ਹੁੰਦੇ ਹਨ। ਜਿਵੇਂ ਸਰਵਜਨਕ ਖੇਤਰ ਦੇ ਵਿੱਚ ਜਿਹੜੀਆਂ ਆਰਥਿਕ ਕਿਰਿਆਵਾਂ ਉਹਨਾਂ ਦੀ ਮਾਲਕ ਸਰਕਾਰ ਹੁੰਦੀ ਹੈ, ਤਾਂ ਨਿੱਜੀ ਖੇਤਰ ਵਿੱਚ ਮਾਲਕ ਜਿਹੜੇ ਆ ਆਰਥਿਕ ਕਿਰਿਆਵਾਂ ਦੇ ਉਹ ਨਿੱਜੀ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਪੂੰਜੀਵਾਦੀ ਲੋਕ ਵੀ ਕਹਿੰਦੇ ਆ। ਇਸੇ ਕਰਕੇ ਨਿੱਜੀ ਖੇਤਰ ਨੂੰ ਪੂੰਜੀਵਾਦੀ ਖੇਤਰ ਵੀ ਕਹਿ ਦਿੱਤਾ ਜਾਂਦਾ ਹੈ। ਪੂੰਜੀਵਾਦੀ ਖੇਤਰ ਕਿਉਂਕਿ ਨਿੱਜੀ ਲੋਕਾਂ ਦਾ ਹੁੰਦਾ ਹੈ ਤੇ ਇਸ ਖੇਤਰ ਦੇ ਵਿੱਚ ਮੁੱਖ ਉਦੇਸ਼ ਜਿਹੜਾ ਹੁੰਦਾ ਉਹ ਲਾਭ ਕਮਾਉਣਾ ਹੁੰਦਾ ਜਾਂ ਲਾਭ ਨੂੰ ਅਧਿਕਤਮ ਕਰਨਾ ਹੁੰਦਾ ਹੈ। ਕਿਉਂਕਿ ਜਿਹੜਾ ਆਰਥਿਕ ਕਲਿਆਣ ਜਾਂ ਭਲਾਈ ਦਾ ਜਿਹੜਾ ਕੰਮ ਸੀ ਉਹ ਸਰਕਾਰ ਨੇ ਕਰਨਾ ਹੁੰਦਾ ਤੇ ਆਮ ਲੋਕ ਜਿਹੜੇ ਨਿੱਜੀ ਲੋਕ ਜਦੋਂ ਕੰਮ ਕਰਦੇ ਨੇ ਉਹ ਆਪਣਾ ਲਾਭ ਕਮਾਉਣ ਦੇ ਉਦੇਸ਼ ਨਾਲ ਕਰਦੇ ਆ। ਚਾਹੇ ਕੋਈ ਨਿੱਜੀ ਫੈਕਟਰੀ ਹੈ, ਚਾਹੇ ਕੋਈ ਨਿੱਜੀ ਦੁਕਾਨ ਹੈ ਜਾਂ ਕੋਈ ਹੋਰ ਕੰਮ ਹੈ, ਉਹ ਸਾਰੇ ਲੋਕ ਲਾਭ ਕਮਾਉਣ ਲਈ ਜਾਂ ਆਪਣੇ ਲਾਭ ਨੂੰ ਵੱਧ ਤੋਂ ਵੱਧ ਕਰਨ ਦੇ ਲਈ ਕਰਦੇ ਹਨ। ਇਸ ਖੇਤਰ ਦੇ ਵਿੱਚ ਆਰਥਿਕ ਕਿਰਿਆਵਾਂ ਦੀ ਪੂਰੀ ਆਜ਼ਾਦੀ ਹੁੰਦੀ ਹੈ ਤੇ ਸਾਰੇ ਫੈਸਲੇ ਜਿਹੜੇ ਆ ਉਹ ਨਿੱਜੀ ਖੇਤਰ ਵੱਲੋਂ ਹੀ ਕੀਤੇ ਜਾਂਦੇ ਹਨ। ਉਸ ਤੋਂ ਅੱਗੇ ਹੈ ਸਾਡੇ ਕੋਲ ਮਿਸ਼ਰਤ ਖੇਤਰ। ਤਾਂ ਆਪਾਂ ਪਹਿਲਾਂ 2 ਖੇਤਰ ਦੇਖੇ, ਸਰਵਜਨਕ ਜਾਂ ਸਰਕਾਰੀ ਖੇਤਰ ਤੇ ਨਿੱਜੀ ਖੇਤਰ। ਮਿਸ਼ਰਤ ਦਾ ਅਰਥ ਹੈ ਉਹਨਾਂ ਦੋਹਾਂ ਨੂੰ ਮਿਲਾ ਜੁਲਾ ਕੇ ਬਣਾਇਆ ਹੋਇਆ ਖੇਤਰ। ਤਾਂ ਇਸ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਮਿਲ ਕੇ ਕੰਮ ਕਰਦੇ ਹਨ। ਤਾਂ ਜਦੋਂ ਮਿਲ ਕੇ ਕੰਮ ਕਰਦੇ ਆ ਤਾਂ ਉਹਨਾਂ ਨੂੰ ਖੇਤਰਾਂ ਦੀ ਵੰਡ ਵੀ ਕੀਤੀ ਜਾਂਦੀ ਹੈ। ਤਾਂ ਫਿਰ ਇਹਦੇ ਵਿੱਚ ਵੱਧ ਮਹੱਤਵਪੂਰਨ ਖੇਤਰ ਜਿਹੜੇ ਹੁੰਦੇ ਆ ਉਹਨਾਂ ਦੇ ਉੱਪਰ ਸਰਕਾਰ ਦਾ ਅਧਿਕਾਰ ਹੁੰਦਾ ਹੈ ਤੇ ਘੱਟ ਮਹੱਤਵਪੂਰਨ ਖੇਤਰ ਉਹ ਨਿੱਜੀ ਖੇਤਰ ਨੂੰ ਸੌਂਪੇ ਜਾਂਦੇ ਹਨ। ਭਾਰਤ ਦੇ ਵਿੱਚ ਬੱਚੋ ਕਿਉਂਕਿ ਭਾਰਤ ਇੱਕ ਮਿਸ਼ਰਤ ਅਰਥ ਵਿਵਸਥਾ, ਸੋ ਭਾਰਤ ਦੇ ਵਿੱਚ ਦੋਹੇ ਖੇਤਰ ਹੀ ਪਾਏ ਜਾਂਦੇ ਹਨ। ਸਰਵਜਨਕ ਖੇਤਰ ਵੀ ਹੈ, ਨਿੱਜੀ ਖੇਤਰ ਵੀ ਹੈ ਔਰ ਤੀਸਰਾ ਮਿਸ਼ਰਤ ਖੇਤਰ ਵੀ ਹੈ। ਤਾਂ ਮਿਸ਼ਰਤ ਖੇਤਰ ਦੀਆਂ ਉਦਾਹਰਨਾਂ ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਰੇਲਵੇ ਹੈ, ਰੋਡਵੇਜ਼ ਹੈ, ਸਿੱਖਿਆ, ਸਿਹਤ, ਬੈਂਕ, ਊਰਜਾ ਖੇਤਰ, ਇਹਨਾਂ ਦੇ ਉੱਪਰ ਅੰਸ਼ਕ ਕਾਬੂ ਯਾਨੀ ਕਿ ਪਾਰਸ਼ਲ ਕੰਟਰੋਲ ਹੁੰਦਾ ਸਰਕਾਰ ਦਾ ਔਰ ਪਾਰਸ਼ਲ ਹੁੰਦਾ ਨਿੱਜੀ ਖੇਤਰ ਦਾ।
ਜਿਸ ਤਰ੍ਹਾਂ ਆਪਾਂ ਸਿੱਖਿਆ ਦੀ ਜੇ ਗੱਲ ਕਰੀਏ ਤਾਂ ਆਪਣੇ ਕੋਲ ਸਰਕਾਰੀ ਸਕੂਲ ਵੀ ਹੁੰਦੇ ਹਨ ਤੇ ਪ੍ਰਾਈਵੇਟ ਸਕੂਲ ਵੀ ਹੁੰਦੇ ਆ। ਇਸੇ ਤਰੀਕੇ ਨਾਲ ਜੇ ਆਪਾਂ ਸਿਹਤ ਦੀ ਗੱਲ ਕਰੀਏ ਤਾਂ ਸਰਕਾਰੀ ਹਸਪਤਾਲ ਵੀ ਹੁੰਦੇ ਹਨ ਔਰ ਪ੍ਰਾਈਵੇਟ ਹਸਪਤਾਲ ਵੀ ਹੁੰਦੇ ਹਨ। ਸੋ ਇਸੇ ਤਰੀਕੇ ਨਾਲ ਬਾਕੀ ਖੇਤਰਾਂ ਦੇ ਵਿੱਚ ਹੈ। ਤਾਂ ਬੱਚਿਓ, ਮਲਕੀਅਤ ਜਾਂ ਮਾਲਕੀ ਦੇ ਆਧਾਰ ਤੇ ਆਪਾਂ ਦੇਖਿਆ ਕਿ ਅਰਥ ਵਿਵਸਥਾ ਦੇ ਖੇਤਰ 3 ਹੁੰਦੇ ਹਨ। ਕਿਹੜੇ-ਕਿਹੜੇ? ਹੁਣ ਤੁਸੀਂ ਸਾਰੇ ਮੇਰੇ ਨਾਲ ਬੋਲੋਗੇ। ਪਹਿਲਾ ਹੈ ਸਰਵਜਨਕ ਖੇਤਰ, ਹਾਂ ਉੱਚੀ ਆਵਾਜ਼ ਦੇ ਵਿੱਚ ਬੋਲੋ। ਸਰਵਜਨਕ ਖੇਤਰ, ਨਿੱਜੀ ਖੇਤਰ, ਮਿਸ਼ਰਤ ਖੇਤਰ। ਹੁਣ ਆਪਾਂ ਅੱਗੇ ਚੱਲਦੇ ਹਾਂ। ਕੰਮ ਦੀਆਂ ਸਥਿਤੀਆਂ ਦੇ ਆਧਾਰ ਤੇ ਅਰਥ ਵਿਵਸਥਾ ਦੇ ਖੇਤਰ। ਕੰਮ ਦੀਆਂ ਸਥਿਤੀਆਂ ਦੇ ਆਧਾਰ ਤੇ ਬੱਚੋ ਅਰਥ ਵਿਵਸਥਾ ਦੇ 2 ਖੇਤਰ ਹੁੰਦੇ ਹਨ, ਇੱਕ ਸੰਗਠਿਤ ਖੇਤਰ ਔਰ ਦੂਸਰਾ ਅਸੰਗਠਿਤ ਖੇਤਰ। ਪਹਿਲਾਂ ਆਪਾਂ ਦੇਖਦੇ ਹਾਂ ਸੰਗਠਿਤ ਖੇਤਰ। ਸੰਗਠਿਤ ਖੇਤਰ ਨੂੰ ਸੰਗਠਿਤ ਇਸ ਕਰਕੇ ਕਿਹਾ ਜਾਂਦਾ ਕਿ ਇਸ ਵਿੱਚ ਕੁਝ ਵਿਸ਼ੇਸ਼ ਨਿਯਮ ਅਤੇ ਕਾਨੂੰਨ ਹੁੰਦੇ ਆ ਜਿਸ ਦੇ ਤਹਿਤ ਇਹ ਖੇਤਰ ਕੰਮ ਕਰਦਾ ਹੈ। ਜਿਸ ਤਰ੍ਹਾਂ ਕਰਮਚਾਰੀਆਂ ਦੀਆਂ ਨਿਸ਼ਚਿਤ ਤਨਖਾਹਾਂ, ਕੰਮ ਕਰਨ ਦੇ ਘੰਟੇ, ਛੁੱਟੀ ਦੇ ਨਿਯਮ, ਪੈਨਸ਼ਨ ਤੇ ਹੋਰ ਸਮਾਜਿਕ ਸੁਰੱਖਿਆ ਦੇ ਨਿਯਮ ਹੁੰਦੇ ਆ ਜਿਨ੍ਹਾਂ ਦੇ ਤਹਿਤ ਸੰਗਠਿਤ ਖੇਤਰ ਕੰਮ ਕਰਦਾ ਹੈ। ਇਸ ਨੂੰ ਪ੍ਰਬੰਧਿਤ ਅਤੇ ਨਿਯੰਤਰਿਤ ਖੇਤਰ ਵੀ ਕਹਿ ਸਕਦੇ ਹਾਂ, ਯਾਨੀ ਕਿ ਕੰਟਰੋਲਡ ਹੁੰਦਾ ਹੈ। ਨੌਕਰੀ ਪੱਖੋਂ ਬੱਚੋ ਇਹ ਖੇਤਰ ਜਿਹੜਾ ਸੁਰੱਖਿਅਤ ਹੁੰਦਾ ਕਿਉਂਕਿ ਖਾਸ ਨਿਯਮਾਂ ਦੇ ਤਹਿਤ ਕੰਮ ਕਰਦਾ ਹੈ। ਤਾਂ ਇਸ ਵਿੱਚ ਜਦੋਂ ਕੋਈ ਨਾਗਰਿਕ ਸੰਗਠਿਤ ਖੇਤਰ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਹੈ ਤਾਂ ਉਸ ਨੂੰ ਇਹ ਸੁਰੱਖਿਆ ਹੁੰਦੀ ਹੈ ਕਿ ਉਸ ਦੀ ਨੌਕਰੀ ਜਿਹੜੀ ਹੈ ਉਸ ਨੂੰ ਖੋਇਆ ਨਹੀਂ ਜਾ ਸਕਦਾ। ਇਸ ਵਿੱਚ ਸਰਕਾਰੀ ਜਾਂ ਅਰਧ ਸਰਕਾਰੀ ਸੰਸਥਾਵਾਂ ਤੇ ਕਾਰਪੋਰੇਟ ਸੈਕਟਰ ਜਿਹੜਾ ਉਹ ਸੰਗਠਿਤ ਖੇਤਰ ਦੀਆਂ ਉਦਾਹਰਨਾਂ ਹਨ। ਹੁਣ ਆਪਾਂ ਦੇਖਦੇ ਹਾਂ ਅਸੰਗਠਿਤ ਖੇਤਰ। ਤਾਂ ਸੰਗਠਿਤ ਖੇਤਰ ਦੇ ਵਿੱਚ ਆਪਾਂ ਦੇਖਿਆ ਸੀ ਕਿ ਵਿਸ਼ੇਸ਼ ਨਿਯਮ ਹੁੰਦੇ ਆ ਜਿਨ੍ਹਾਂ ਦੇ ਆਧਾਰ ਤੇ ਸੰਗਠਿਤ ਖੇਤਰ ਕੰਮ ਕਰਦਾ, ਪਰ ਅਸੰਗਠਿਤ ਖੇਤਰ ਵਿੱਚ ਕੋਈ ਵਿਸ਼ੇਸ਼ ਨਿਯਮ ਨਹੀਂ ਹੁੰਦੇ। ਸੰਗਠਿਤ ਖੇਤਰ ਦੇ ਵਿੱਚ ਤਨਖਾਹਾਂ, ਕੰਮ ਕਰਨ ਦੇ ਘੰਟੇ, ਛੁੱਟੀ ਦੇ ਨਿਯਮ, ਪੈਨਸ਼ਨ, ਸਮਾਜਿਕ ਸੁਰੱਖਿਆ, ਇਹ ਸਾਰੀਆਂ ਚੀਜ਼ਾਂ ਸੰਗਠਿਤ ਖੇਤਰ ਵਿੱਚ ਹੁੰਦੀਆਂ, ਪਰ ਅਸੰਗਠਿਤ ਖੇਤਰ ਵਿੱਚ ਇਹ ਸਾਰੀਆਂ ਚੀਜ਼ਾਂ ਫਿਕਸ ਨਹੀਂ ਹੁੰਦੀਆਂ। ਇਹ ਸਾਰੀਆਂ ਚੀਜ਼ਾਂ ਮਾਲਕ ਜਿਹੜਾ ਹੁੰਦਾ ਕੰਮ ਦਾ ਉਹਦੇ ਉੱਪਰ ਡਿਪੈਂਡ ਕਰਦੀਆਂ ਹਨ ਔਰ ਇਹਦੇ ਵਿੱਚ ਇਸੇ ਕਰਕੇ ਪੱਕਾ ਕੰਮ ਜਾਂ ਪੱਕੀ ਤਨਖਾਹ ਤੇ ਹੋਰ ਸਮਾਜਿਕ ਸੁਰੱਖਿਆ ਲਾਭ ਨਹੀਂ ਹੁੰਦੇ। ਇਸ ਵਿੱਚ ਜਿਹੜੀ ਤਨਖਾਹ ਹੈ ਉਹ ਵੀ ਬੱਚੋ ਸੰਗਠਿਤ ਖੇਤਰ ਨਾਲੋਂ ਬਹੁਤ ਹੀ ਘੱਟ ਦਿੱਤੀ ਜਾਂਦੀ ਹੈ। ਤਾਂ ਜਿਵੇਂ ਆਪਾਂ ਦੇਖਿਆ ਸੀ ਸੰਗਠਿਤ ਖੇਤਰ ਦੇ ਵਿੱਚ ਕੰਮ ਦੀ ਸੁਰੱਖਿਆ ਹੁੰਦੀ ਹੈ, ਅਸੰਗਠਿਤ ਖੇਤਰ ਵਿੱਚ ਕੰਮ ਦੀ ਸੁਰੱਖਿਆ ਨਹੀਂ ਹੁੰਦੀ। ਇਸ ਦੀਆਂ ਉਦਾਹਰਨਾਂ ਹਨ ਜਿਸ ਤਰ੍ਹਾਂ ਛੋਟੇ ਮਜ਼ਦੂਰ, ਭੂਮੀਹੀਨ ਕਿਸਾਨ, ਠੇਕੇ ਤੇ ਜਾਂ ਕੱਚੇ ਰੱਖੇ ਗਏ ਮਜ਼ਦੂਰ ਜਾਂ ਮੁਲਾਜ਼ਮ, ਘਰਾਂ ਵਿੱਚ ਕੰਮ ਕਰਨ ਵਾਲੇ ਨੌਕਰ, ਦੁਕਾਨਾਂ ਤੇ ਕੰਮ ਕਰਨ ਵਾਲੇ, ਮੱਛੀਆਂ ਫੜਨ ਵਾਲੇ, ਸਬਜ਼ੀ ਅਤੇ ਫਲ ਵੇਚਣ ਵਾਲੇ, ਅਖਬਾਰਾਂ ਵੰਡਣ ਵਾਲੇ ਵਗੈਰਾ ਵਗੈਰਾ। ਸੋ ਇਹ ਸਾਰੇ ਲੋਕ ਜਿੱਥੇ ਕੰਮ ਕਰਦੇ ਆ ਉਸ ਖੇਤਰ ਨੂੰ ਅਸੰਗਠਿਤ ਖੇਤਰ ਕਿਹਾ ਜਾਂਦਾ ਹੈ। ਤਾਂ ਕੰਮ ਦੀਆਂ ਸਥਿਤੀਆਂ ਦੇ ਆਧਾਰ ਤੇ ਆਪਾਂ 2 ਖੇਤਰ ਹੁਣੇ ਪੜ੍ਹੇ। ਸੋ ਤੁਸੀਂ ਮੇਰੇ ਨਾਲ ਰਲ ਕੇ ਬੋਲਣਾ ਸਾਰਿਆਂ ਨੇ, ਸੰਗਠਿਤ ਖੇਤਰ ਔਰ ਦੂਜਾ ਅਸੰਗਠਿਤ ਖੇਤਰ। ਹੁਣ ਆਪਾਂ ਦੇਖਦੇ ਹਾਂ ਆਰਥਿਕ ਕਿਰਿਆਵਾਂ ਦੇ ਸੁਭਾਅ ਦੇ ਆਧਾਰ ਤੇ ਅਰਥ ਵਿਵਸਥਾ ਦੇ ਖੇਤਰ। ਤਾਂ ਆਰਥਿਕ ਕਿਰਿਆਵਾਂ ਦੇ ਆਧਾਰ ਤੇ 3 ਖੇਤਰ ਅਰਥ ਵਿਵਸਥਾ ਦੇ ਦੱਸੇ ਜਾਂਦੇ ਹਨ। ਪਹਿਲਾ ਹੈ ਪ੍ਰਾਥਮਿਕ ਖੇਤਰ ਜਿਹਨੂੰ ਇੰਗਲਿਸ਼ ਵਿੱਚ ਪ੍ਰਾਇਮਰੀ ਸੈਕਟਰ ਕਹਿੰਦੇ ਆਪਾਂ, ਦੂਸਰਾ ਹੈ ਗੌਣ ਖੇਤਰ ਸੈਕੰਡਰੀ ਸੈਕਟਰ ਔਰ ਤੀਸਰਾ ਟਰਸ਼ਰੀ ਜਾਂ ਸੇਵਾ ਖੇਤਰ ਜਾਂ ਇਹਨੂੰ ਇੰਗਲਿਸ਼ ਵਿੱਚ ਆਪਾਂ ਸਰਵਿਸ ਸੈਕਟਰ ਕਹਿ ਦਿੰਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਪ੍ਰਾਥਮਿਕ ਖੇਤਰ। ਪ੍ਰਾਥਮਿਕ ਖੇਤਰ ਦੇ ਵਿੱਚ ਉਹ ਕਿਰਿਆਵਾਂ ਆਉਂਦੀਆਂ ਹਨ ਜੋ ਸਿੱਧੇ ਤੌਰ ਤੇ ਕੁਦਰਤ ਦੇ ਉੱਤੇ ਨਿਰਭਰ ਹਨ। ਕੁਦਰਤ ਵੱਲੋਂ ਜਿਵੇਂ ਸਾਨੂੰ ਭੂਮੀ ਮਿਲੀ ਹੈ, ਪਾਣੀ ਹੈ, ਬਨਸਪਤੀ ਹੈ, ਖਣਿਜ ਪਦਾਰਥ ਹਨ, ਇਹਨਾਂ ਉੱਪਰ ਆਧਾਰਿਤ ਜਿਹੜੇ ਕਿੱਤੇ ਹੁੰਦੇ ਆ ਉਹਨਾਂ ਨੂੰ ਪ੍ਰਾਥਮਿਕ ਖੇਤਰ ਦੇ ਵਿੱਚ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਖੇਤੀਬਾੜੀ ਹੈ, ਭੂਮੀ ਦੇ ਉੱਪਰ ਅਸੀਂ ਖੇਤੀਬਾੜੀ ਕਰਦੇ ਹਾਂ, ਜਾਂ ਸ਼ਿਕਾਰ ਹੈ, ਪੇਂਡੂ ਕਿਰਿਆਵਾਂ ਹਨ, ਪਿੰਡਾਂ ਵਿੱਚ ਕਈ ਕਿੱਤੇ ਹੁੰਦੇ ਆ ਜਿਹੜੇ ਕੁਦਰਤੀ ਜਿਹੜੇ ਸਾਧਨ ਉਹਨਾਂ ਦੇ ਉੱਤੇ ਨਿਰਭਰ ਕਰਦੇ ਹਨ। ਡੇਅਰੀ ਫਾਰਮਿੰਗ ਹੈ, ਮੱਛੀ ਪਾਲਣ ਹੈ, ਵਣ ਹੈ। ਸੋ ਜਿੰਨਾ ਵੀ ਖੇਤਰਾਂ ਵਿੱਚ ਜਾਂ ਜਿਨ੍ਹਾਂ ਕਿਰਿਆਵਾਂ ਦੇ ਵਿੱਚ ਕੁਦਰਤੀ ਸਾਧਨਾਂ ਤੋਂ ਕੋਈ ਨਾ ਕੋਈ ਚੀਜ਼ ਪੈਦਾ ਕੀਤੀ ਜਾਂਦੀ ਹੈ ਉਸ ਨੂੰ ਪ੍ਰਾਥਮਿਕ ਖੇਤਰ ਕਿਹਾ ਜਾਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਗੌਣ ਖੇਤਰ ਯਾਨੀ ਸੈਕੰਡਰੀ ਸੈਕਟਰ ਦੀ। ਗੌਣ ਖੇਤਰ ਨੂੰ ਨਿਰਮਾਣ ਖੇਤਰ ਵੀ ਕਿਹਾ ਜਾਂਦਾ ਕਿਉਂਕਿ ਇਸ ਵਿੱਚ ਨਿਰਮਾਣ ਪ੍ਰੋਡਕਸ਼ਨ ਕੀਤੀ ਜਾਂਦੀ ਹੈ। ਸੋ ਇਸ ਵਿੱਚ ਪ੍ਰਾਥਮਿਕ ਖੇਤਰ ਵੱਲੋਂ ਪ੍ਰਦਾਨ ਕਰਵਾਏ ਗਏ ਪਦਾਰਥਾਂ ਨੂੰ ਕੱਚੇ ਮਾਲ ਦੇ ਤੌਰ ਤੇ ਵਰਤ ਕੇ ਅੰਤਿਮ ਵਸਤੂਆਂ ਵਿੱਚ ਬਦਲਿਆ ਜਾਂਦਾ ਹੈ, ਯਾਨੀ ਨਿਰਮਾਣ ਕੀਤਾ ਜਾਂਦਾ ਚੀਜ਼ਾਂ ਦਾ। ਤਾਂ ਇਹਦੇ ਵਿੱਚ ਨਵੀਆਂ ਚੀਜ਼ਾਂ ਨਹੀਂ ਬਣਾਈਆਂ ਜਾਂਦੀਆਂ, ਕੁਦਰਤ ਵੱਲੋਂ ਜਿਹੜੀਆਂ ਚੀਜ਼ਾਂ ਮਿਲੀਆਂ ਹੁੰਦੀਆਂ ਉਹਨਾਂ ਨੂੰ ਵਰਤ ਕੇ ਉਹਨਾਂ ਤੋਂ ਵੱਖਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਜਿਵੇਂ ਆਪਾਂ ਉਦਾਹਰਨ ਲੈ ਸਕਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਕੋਲ ਦੁੱਧ ਹੈ, ਦੁੱਧ ਸਾਨੂੰ ਕੁਦਰਤ ਵੱਲੋਂ ਯਾਨੀ ਕਿ ਮੱਝ ਜਾਂ ਗਾਂ ਤੋਂ ਅਸੀਂ ਦੁੱਧ ਲੈਂਦੇ ਹਾਂ, ਤਾਂ ਉਸ ਦੁੱਧ ਤੋਂ ਅਸੀਂ ਦਹੀਂ ਬਣਾਉਂਦੇ ਹਾਂ, ਪਨੀਰ ਬਣਾਉਂਦੇ ਹਾਂ, ਮੱਖਣ, ਘਿਓ, ਲੱਸੀ ਵਗੈਰਾ ਬਣਾਉਂਦੇ ਹਾਂ। ਤਾਂ ਇਹ ਗੌਣ ਖੇਤਰ ਦੇ ਵਿੱਚ ਆ ਜਾਂਦਾ ਹੈ। ਜਿਹੜਾ ਦੁੱਧ ਸੀ ਉਹ ਪ੍ਰਾਥਮਿਕ ਖੇਤਰ ਵਿੱਚ ਸੀ, ਹੈ ਨਾ। ਇਸੇ ਤਰੀਕੇ ਨਾਲ ਪ੍ਰਾਥਮਿਕ ਖੇਤਰ ਤੋਂ ਕਪਾਹ ਲੈ ਕੇ ਉਸ ਤੋਂ ਕੱਪੜਾ ਬਣਾਉਣਾ ਜਾਂ ਗੰਨਾ ਲੈ ਕੇ ਉਸ ਤੋਂ ਖੰਡ ਬਣਾਉਣਾ, ਇਹ ਗੌਣ ਖੇਤਰ ਦੀਆਂ ਉਦਾਹਰਨਾਂ ਹਨ।
ਗੌਣ ਖੇਤਰ ਦੇ ਵਿੱਚ ਜਿਹੜੇ ਕਿੱਤੇ ਆ ਜਾਂਦੇ ਨੇ, ਜਿਵੇਂ ਛੋਟੀਆਂ ਵਰਕਸ਼ਾਪਾਂ, ਮਿੱਟੀ ਦੇ ਬਰਤਨ ਬਣਾਉਣ ਵਾਲੇ, ਰੰਗ ਕਰਨ ਵਾਲੇ, ਕੱਪੜਾ, ਲੋਹਾ, ਇਸਪਾਤ, ਰਸਾਇਣ, ਪਲਾਸਟਿਕ ਦਾ ਸਮਾਨ, ਕਾਰਾਂ, ਸਾਈਕਲ, ਮੋਟਰਸਾਈਕਲ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਆਸ-ਪਾਸ ਹੁੰਦੀਆਂ ਨੇ, ਜਿਸ ਤਰ੍ਹਾਂ ਕੰਪਿਊਟਰ ਹੈ, ਜਿਸ ਤਰ੍ਹਾਂ ਪ੍ਰੋਜੈਕਟਰ ਹੈ, ਜਿਸ ਤਰ੍ਹਾਂ ਅੱਜ ਜਿਹੜੀ ਸਕਰੀਨ ਦੇ ਉੱਪਰ ਬੈਠੇ ਤੁਸੀਂ ਦੇਖ ਰਹੇ ਹੋ ਇਸ ਨੂੰ, ਇਹ ਸਾਰਾ ਕੁਝ ਜਿੱਥੇ ਬਣਦਾ ਹੈ ਜਿਹੜੀਆਂ ਫੈਕਟਰੀਆਂ ਦੇ ਵਿੱਚ, ਉਹ ਸਾਰੀਆਂ ਗੌਣ ਖੇਤਰ ਦਾ ਹੀ ਹਿੱਸਾ ਹਨ। ਤੁਸੀਂ ਪੜ੍ਹਦੇ ਹੋ, ਤੁਹਾਡੀਆਂ ਕਿਤਾਬਾਂ ਹਨ, ਕਾਪੀਆਂ ਹਨ, ਬੈਗ ਹੈ, ਤੁਹਾਡੇ ਕੋਲ ਪੈਨ ਹੈ, ਪੈਨਸਿਲ ਹੈ, ਇਹ ਸਾਰੀਆਂ ਚੀਜ਼ਾਂ ਜਿੱਥੇ ਬਣਦੀਆਂ ਨੇ ਫੈਕਟਰੀਆਂ ਦੇ ਵਿੱਚ, ਉਹਨਾਂ ਨੂੰ ਅਸੀਂ ਗੌਣ ਖੇਤਰ ਕਹਿੰਦੇ ਹਾਂ, ਸੈਕੰਡਰੀ ਸੈਕਟਰ ਕਹਿੰਦੇ ਹਾਂ। ਹੁਣ ਆਪਾਂ ਗੱਲ ਕਰਾਂਗੇ, ਤੀਸਰਾ ਖੇਤਰ ਹੈ ਸਾਡਾ ਜਿਹੜਾ ਟਰਸ਼ਰੀ ਜਾਂ ਸੇਵਾ ਖੇਤਰ। ਟਰਸ਼ਰੀ ਖੇਤਰ ਦੇ ਵਿੱਚ ਵਸਤੂਆਂ ਦਾ ਉਤਪਾਦਨ ਨਹੀਂ ਕੀਤਾ ਜਾਂਦਾ, ਬਲਕਿ ਸੇਵਾਵਾਂ ਦਾ ਉਤਪਾਦਨ ਕੀਤਾ ਜਾਂਦਾ, ਇਸੇ ਕਰਕੇ ਇਸ ਨੂੰ ਸੇਵਾ ਖੇਤਰ ਕਹਿੰਦੇ ਨੇ। ਜਿਹੜੇ ਪਹਿਲੇ ਦੋਨੋਂ ਖੇਤਰ ਆਪਾਂ ਪੜ੍ਹੇ ਸੀ, ਪ੍ਰਾਥਮਿਕ ਤੇ ਗੌਣ, ਉਹਨਾਂ ਵਿੱਚ ਵਸਤੂਆਂ ਪੈਦਾ ਕੀਤੀਆਂ ਜਾਂਦੀਆਂ, ਤੇ ਸੇਵਾ ਖੇਤਰ ਵਿੱਚ ਕੀ ਪੈਦਾ ਕੀਤਾ ਜਾਂਦਾ ਹੈ? ਸੇਵਾਵਾਂ। ਹੁਣ ਇਹ ਤੁਸੀਂ ਦੇਖ ਰਹੇ ਹੋ, ਪਿਕਚਰ ਤੁਹਾਡੇ ਸਾਹਮਣੇ ਹੈ, ਇਸ ਵਿੱਚ ਜਿੰਨੀਆਂ ਵੀ ਚੀਜ਼ਾਂ ਤੁਸੀਂ ਦੇਖ ਰਹੇ ਹੋ, ਇਹ ਸਾਰੀਆਂ ਜਿਹੜੀਆਂ ਪ੍ਰਾਥਮਿਕ ਖੇਤਰ ਦੇ ਵਿੱਚ ਜਾਂ ਗੌਣ ਖੇਤਰ ਦੇ ਵਿੱਚ ਪੈਦਾ ਕੀਤੀਆਂ ਜਾਂਦੀਆਂ ਨੇ, ਔਰ ਇਸ ਜਗ੍ਹਾ ਤੇ ਜਿਹੜਾ ਕੁਝ ਤੁਸੀਂ ਦੇਖ ਰਹੇ ਹੋ, ਇਹ ਸੇਵਾ ਖੇਤਰ ਦੇ ਉਤਪਾਦਨ ਹਨ, ਜਾਂ ਸੇਵਾ ਖੇਤਰ ਵਿੱਚ ਜੋ ਚਾਹੇ ਸੁਰੱਖਿਆ ਦਾ ਕੰਮ ਹੈ, ਚਾਹੇ ਸਿਹਤ ਹੈ, ਡਾਕਟਰ ਹੈ, ਜਿਸ ਤਰ੍ਹਾਂ ਤੁਸੀਂ ਇੱਕ ਅਧਿਆਪਕ ਦੇਖ ਰਹੇ ਹੋ, ਤੁਸੀਂ ਇੱਕ ਕਾਰ ਜਿਹੜੀ ਹੈ, ਇਹ ਤਾਂ ਬਣੀ ਗੌਣ ਖੇਤਰ ਦੇ ਵਿੱਚ, ਪਰ ਕਾਰ ਨੂੰ ਜਦੋਂ ਕੋਈ ਟਰਾਂਸਪੋਰਟ ਕੰਪਨੀ ਇਸਤੇਮਾਲ ਕਰਦੀ ਹੈ ਜਾਂ ਕੋਈ ਟੈਕਸੀ ਕੰਪਨੀ ਇਸਤੇਮਾਲ ਕਰਦੀ ਹੈ, ਤਾਂ ਉਸ ਨੂੰ ਟਰਾਂਸਪੋਰਟ ਕੰਪਨੀ ਜਿਹੜੀ ਹੈ ਉਹ ਫਿਰ ਸੇਵਾ ਖੇਤਰ ਵਿੱਚ ਆ ਜਾਂਦੀ, ਕਿਉਂਕਿ ਉਹ ਆਵਾਜਾਈ ਦੀਆਂ ਸਹੂਲਤਾਂ ਦੇ ਰਹੀ ਹੈ। ਇਸੇ ਤਰੀਕੇ ਨਾਲ ਕੋਰੀਅਰ ਕੰਪਨੀ ਵੀ ਇਹਦੀ ਇੱਕ ਉਦਾਹਰਨ ਹੈ। ਜਾਂ ਤੁਸੀਂ ਰਾਈਟ ਸਾਈਡ 'ਤੇ ਨੀਚੇ ਦੇਖ ਸਕਦੇ ਹੋ ਕਿ ਇੱਕ ਪਿਕਚਰ ਹੈ, ਇਹ ਲੜਕੀ ਕਿੱਥੇ ਖੜੀ ਹੈ ਭਲਾ ਦੀ? ATM ਦੇ ਉੱਤੇ, ਹੈ ਨਾ। ਸੋ ATM ਜਿਹੜੀ ਹੈਗੀ ਆ, ਉਹ ਮਸ਼ੀਨ ਚਾਹੇ ਗੌਣ ਖੇਤਰ ਨੇ ਬਣਾਈ ਆ, ਪਰ ATM ਦੀਆਂ ਸੇਵਾਵਾਂ ਜਿਹੜੀਆਂ ਹਨ ਉਹਨਾਂ ਨੂੰ ਸੇਵਾ ਖੇਤਰ ਕਹਿੰਦੇ ਨੇ। ਤਾਂ ਪ੍ਰਾਥਮਿਕ ਅਤੇ ਗੌਣ ਖੇਤਰ ਨੂੰ ਵਸਤੂਆਂ ਬਣਾਉਣ ਅਤੇ ਉਹਨਾਂ ਦੀ ਵੰਡ ਕਰਨ ਲਈ ਸੇਵਾਵਾਂ ਪ੍ਰਦਾਨ ਕਰਨਾ, ਜਿਹੜਾ ਇਹ ਕੰਮ ਵੀ ਟਰਸ਼ਰੀ ਖੇਤਰ ਕਰਦਾ ਹੈ। ਜਿਵੇਂ ਵਸਤੂਆਂ ਦੀ ਢੋਆ ਢੁਆਈ, ਸੰਚਾਰ, ਕਰਜ਼ੇ ਜਾਂ ਵਿੱਤ, ਬੀਮਾ, ਅਧਿਆਪਕ, ਡਾਕਟਰ, ਇੰਜੀਨੀਅਰ, ਡਿਜ਼ਾਈਨਰ, ਕਲਾਕਾਰ, ਵਕੀਲ, ਇਹ ਸਭ ਜਿਹੜੀਆਂ ਸੇਵਾਵਾਂ ਜਿਹੜੀਆਂ ਹੁੰਦੀਆਂ, ਇਹ ਸੇਵਾ ਖੇਤਰ ਦੇ ਵਿੱਚ ਪੈਦਾ ਕੀਤੀਆਂ ਜਾਂਦੀਆਂ ਨੇ। ਤਾਂ ਬੱਚੋ, ਆਪਾਂ ਦੇਖਿਆ ਆਰਥਿਕ ਕਿਰਿਆਵਾਂ ਦੇ ਸੁਭਾਅ ਦੇ ਆਧਾਰ 'ਤੇ ਅਰਥ ਵਿਵਸਥਾ ਦੇ 3 ਖੇਤਰ ਹੁੰਦੇ ਆ। ਹੁਣ ਤੁਸੀਂ ਸਾਰੇ ਮੇਰੇ ਨਾਲ ਮਿਲ ਕੇ ਬੋਲੋਗੇ। ਪਹਿਲਾ ਖੇਤਰ ਹੈ ਪ੍ਰਾਥਮਿਕ ਖੇਤਰ ਜਾਂ ਪ੍ਰਾਇਮਰੀ ਸੈਕਟਰ, ਦੂਸਰਾ ਖੇਤਰ ਗੌਣ ਖੇਤਰ ਜਾਂ ਸੈਕੰਡਰੀ ਸੈਕਟਰ, ਔਰ ਤੀਸਰਾ ਖੇਤਰ ਟਰਸ਼ਰੀ ਜਾਂ ਸੇਵਾ ਖੇਤਰ, ਟਰਸ਼ਰੀ ਔਰ ਸਰਵਿਸ ਸੈਕਟਰ। ਵੈਰੀ ਗੁੱਡ। ਹੁਣ ਆਪਾਂ ਇਹਨਾਂ 3 ਖੇਤਰਾਂ ਨੂੰ ਜੋ ਪੜ੍ਹਿਆ ਹੈ, ਇਹਨਾਂ ਦੀ ਆਪਸੀ ਨਿਰਭਰਤਾ ਦੀ ਗੱਲ ਕਰਾਂਗੇ। ਕਿਹੜੇ-ਕਿਹੜੇ ਖੇਤਰ? ਪ੍ਰਾਥਮਿਕ ਖੇਤਰ, ਗੌਣ ਖੇਤਰ ਤੇ ਸੇਵਾ ਖੇਤਰ। ਹੁਣ ਇਹਨਾਂ ਦੀ ਆਪਸ ਦੇ ਵਿੱਚ ਇੱਕ ਦੂਜੇ ਉੱਪਰ ਜੋ ਨਿਰਭਰਤਾ ਹੈ, ਹੁਣ ਅਸੀਂ ਉਹਦੀ ਗੱਲ ਕਰਾਂਗੇ। ਪ੍ਰਾਥਮਿਕ ਖੇਤਰ ਗੌਣ ਖੇਤਰ ਨੂੰ ਵੱਖ-ਵੱਖ ਵਸਤੂਆਂ ਦਾ ਉਤਪਾਦਨ ਕਰਨ ਲਈ ਕੱਚਾ ਮਾਲ ਦਿੰਦਾ ਹੈ, ਅਤੇ ਇਸ ਕੱਚੇ ਮਾਲ ਦੀ ਮਦਦ ਨਾਲ ਹੀ ਗੌਣ ਖੇਤਰ ਵੱਖ-ਵੱਖ ਅੰਤਿਮ ਵਸਤੂਆਂ ਦਾ ਉਤਪਾਦਨ ਕਰ ਪਾਉਂਦਾ ਹੈ। ਸੋ ਠੀਕ ਹੈ, ਪ੍ਰਾਥਮਿਕ ਖੇਤਰ ਜਿਹੜਾ ਉਹ ਇਹਨਾਂ ਨੂੰ ਕੱਚਾ ਮਾਲ ਦਿੰਦਾ ਹੈ, ਤੇ ਇਸ ਕੱਚੇ ਮਾਲ ਨਾਲ ਹੀ ਗੌਣ ਖੇਤਰ ਜਿਹੜਾ ਪ੍ਰੋਡਕਸ਼ਨ ਕਰ ਸਕਦਾ। ਜੇ ਕੱਚਾ ਮਾਲ ਨਾ ਹੋਵੇ ਤਾਂ ਗੌਣ ਖੇਤਰ ਉਤਪਾਦਨ ਨਹੀਂ ਕਰ ਸਕੇਗਾ। ਤਾਂ ਇਹ ਹੋ ਗਿਆ ਗੌਣ ਖੇਤਰ ਦੀ ਪ੍ਰਾਥਮਿਕ ਖੇਤਰ ਦੇ ਉੱਪਰ ਨਿਰਭਰਤਾ। ਹੁਣ ਪ੍ਰਾਥਮਿਕ ਖੇਤਰ ਆ ਜਿਹੜਾ, ਉਹ ਵੀ ਕੁਝ ਲੈਂਦਾ ਹੈ। ਤਾਂ ਪ੍ਰਾਥਮਿਕ ਖੇਤਰ ਗੌਣ ਖੇਤਰ ਅਤੇ ਸੇਵਾ ਖੇਤਰ ਦੁਆਰਾ ਪੈਦਾ ਕੀਤੀਆਂ ਗਈਆਂ ਵਸਤੂਆਂ ਅਤੇ ਸੇਵਾਵਾਂ ਦਾ ਖਰੀਦਦਾਰ ਹੁੰਦਾ ਹੈ। ਇਸ ਤਰ੍ਹਾਂ ਪ੍ਰਾਥਮਿਕ ਖੇਤਰ ਗੌਣ ਅਤੇ ਸੇਵਾ ਖੇਤਰ ਦੀਆਂ ਵਸਤੂਆਂ ਅਤੇ ਸੇਵਾਵਾਂ ਲਈ ਮੰਗ ਪੈਦਾ ਕਰਕੇ ਇਹਨਾਂ ਖੇਤਰਾਂ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦਿੰਦਾ ਹੈ। ਉਸ ਤੋਂ ਬਾਅਦ ਪ੍ਰਾਥਮਿਕ ਖੇਤਰ ਗੌਣ ਖੇਤਰ ਅਤੇ ਸੇਵਾ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਜਿਵੇਂ ਕਣਕ, ਚਾਵਲ, ਦਾਲਾਂ ਆਦਿ ਦਾ ਪ੍ਰਦਾਨ ਕਰਵਾਉਂਦਾ ਹੈ। ਬੱਚੋ, ਖਾਣਾ ਜਿਹੜਾ ਹਰ ਮਨੁੱਖ ਵਾਸਤੇ ਜ਼ਰੂਰੀ ਹੈ। ਸੋ ਉਹ ਚਾਹੇ ਉਹ ਬੰਦਾ ਕਿਸੇ ਵੀ ਖੇਤਰ ਵਿੱਚ ਕੰਮ ਕਰਦਾ ਹੈ, ਉਸ ਨੂੰ ਖਾਣਾ ਖਾਣ ਵਾਸਤੇ ਜਿਹੜਾ ਭੋਜਨ ਹੈ ਉਹ ਪ੍ਰਾਥਮਿਕ ਖੇਤਰ ਹੀ ਪ੍ਰੋਵਾਈਡ ਕਰਵਾਉਂਦਾ ਹੈ। ਉਸ ਤੋਂ ਬਾਅਦ ਹੈ ਵਿਕਾਸ ਲਈ ਨਵੀਆਂ ਤਕਨੀਕਾਂ ਦੀ ਲੋੜ ਹੁੰਦੀ ਹੈ, ਤੇ ਉਹ ਨਵੀਆਂ ਤਕਨੀਕਾਂ ਜਿਹੜੀਆਂ ਹਨ ਉਹ ਸਾਨੂੰ ਗੌਣ ਖੇਤਰ ਹੀ ਪ੍ਰਦਾਨ ਕਰਦਾ ਹੈ। ਉਹ ਕਿਵੇਂ ਕਰਦਾ? ਜਿਵੇਂ ਪ੍ਰਾਥਮਿਕ ਖੇਤਰ ਹੈ, ਪ੍ਰਾਥਮਿਕ ਖੇਤਰ ਵਿੱਚ ਨਵੀਂ ਤਕਨੀਕ ਜਿਹੜੀ ਹੈ, ਜਿਵੇਂ ਟਰੈਕਟਰ ਹੈ, ਕੰਬਾਈਨ ਹੈ, ਮੋਟਰਾਂ ਹੈ, ਜਾਂ ਹੋਰ ਮਸ਼ੀਨਰੀ ਜਿਹੜੀ ਇਸਤੇਮਾਲ ਹੁੰਦੀ ਹੈ, ਉਹ ਸਾਰੀ ਕਿੱਥੋਂ ਮਿਲਦੀ ਹੈ? ਗੌਣ ਖੇਤਰ ਵੱਲੋਂ ਮਿਲਦੀ ਹੈ। ਇਸੇ ਤਰੀਕੇ ਨਾਲ ਜਿਹੜਾ ਸੇਵਾ ਖੇਤਰ ਹੈ, ਉਹਦੇ ਲਈ ਵੀ ਉਸ ਨੂੰ ਵੀ ਆਪਣੇ ਵਿਕਾਸ ਲਈ ਨਵੀਆਂ ਤਕਨੀਕਾਂ ਦੀ ਲੋੜ ਹੁੰਦੀ ਹੈ। ਜਿਵੇਂ ਆਵਾਜਾਈ ਹੈ,
ਆਵਾਜਾਈ ਦੇ ਸਾਧਨ ਜਿਵੇਂ ਪੁਰਾਣੇ ਸਮੇਂ ਦੇ ਉੱਤੇ ਲੋਕ ਗੱਡਾਂ ਤੇ ਜਾਂਦੇ ਹੁੰਦੇ ਸੀ, ਅੱਜ ਕੱਲ੍ਹ ਲੋਕ ਜਿਹੜੇ ਆ ਉਹ ਬੱਸਾਂ ਤੇ ਜਾਂਦੇ ਆ, ਰੇਲਾਂ ਤੇ ਜਾਂਦੇ ਆ, ਕਾਰਾਂ ਤੇ ਜਾਂਦੇ ਆ। ਇਸੇ ਤਰੀਕੇ ਨਾਲ ਜਿਹੜੀ ਸਮਾਨ ਦੀ ਢੋਆ ਢੁਆਈ ਹੈਗੀ ਆ ਉਹ ਵੀ ਹੁਣ ਟਰੱਕਾਂ ਵਗੈਰਾ ਦੇ ਉੱਪਰ ਹੁੰਦੀ ਆ। ਸੋ ਇਹਦਾ ਮਤਲਬ ਤਾਂ ਇਹ ਸਾਰੇ ਚਾਹੇ ਬੱਸਾਂ, ਰੇਲਾਂ, ਜਹਾਜ਼, ਟਰੱਕ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਗੌਣ ਖੇਤਰ ਨੇ ਹੀ ਪ੍ਰਦਾਨ ਕੀਤੀਆਂ ਨੇ, ਹੈ ਨਾ। ਇਸੇ ਤਰੀਕੇ ਨਾਲ ਸੇਵਾ ਖੇਤਰ ਦੇ ਵਿੱਚ ਬੈਂਕਿੰਗ ਵੀ ਹੁੰਦੀ ਆ। ਬੈਂਕ ਜਿਵੇਂ ਆਪਾਂ ਪਹਿਲਾਂ ਵੀ ਉਦਾਹਰਨ ਲਈ ਸੀ ਕਿ ਜਿਹੜੇ ਬੈਂਕ ਵਾਸਤੇ ਜਿਹੜੇ ATM ਹੁੰਦੇ ਆ ਜਾਂ ਬੈਂਕ ਦੇ ਵਿੱਚ ਜਿਹੜੇ ਕੰਪਿਊਟਰ ਲੱਗੇ ਹੋਏ ਨੇ, ਉਹ ਸਾਰਾ ਕੁਝ ਜਿਹੜਾ ਗੌਣ ਖੇਤਰ ਵੱਲੋਂ ਹੀ ਇਹਨਾਂ ਦੋਹਾਂ ਖੇਤਰਾਂ ਨੂੰ ਦਿੱਤਾ ਗਿਆ। ਗੌਣ ਖੇਤਰ ਪ੍ਰਾਥਮਿਕ ਖੇਤਰ ਨੂੰ ਵਧੀਆ ਬੀਜ, ਖਾਦਾਂ, ਦਵਾਈਆਂ ਆਦਿ ਵੀ ਪ੍ਰਦਾਨ ਕਰਾਉਂਦਾ ਹੈ ਤਾਂ ਕਿ ਇਹ ਖੇਤਰ ਆਪਣਾ ਵਿਕਾਸ ਕਰ ਸਕੇ। ਇਹਦਾ ਮਤਲਬ ਹੈ ਕਿ ਗੌਣ ਖੇਤਰ ਜਿਹੜਾ ਉਹ ਪ੍ਰਾਥਮਿਕ ਖੇਤਰ ਦੇ ਵਿਕਾਸ ਵਿੱਚ ਵੀ ਯੋਗਦਾਨ ਦਿੰਦਾ ਹੈ। ਗੌਣ ਖੇਤਰ ਪ੍ਰਾਥਮਿਕ ਖੇਤਰ ਦੀ ਵਾਧੂ ਕਿਰਤ ਸ਼ਕਤੀ ਨੂੰ ਕੰਮ ਦਿੰਦਾ ਹੈ। ਪ੍ਰਾਥਮਿਕ ਖੇਤਰ ਦੇ ਵਿੱਚ ਜਿਹੜੀ ਕਿਰਤ ਸ਼ਕਤੀ ਹੈ ਉਹ ਤੁਸੀਂ ਪੜ੍ਹਿਆ ਹੋਵੇਗਾ ਕਿ ਖੇਤੀਬਾੜੀ ਦੇ ਵਿੱਚ ਬਹੁਤ ਸਾਰੀ ਛੁਪੀ ਹੋਈ ਬੇਰੁਜ਼ਗਾਰੀ ਵੀ ਹੁੰਦੀ ਹੈ। ਸੋ ਉਹ ਜਿਹੜੀ ਛੁਪੀ ਹੋਈ ਬੇਰੁਜ਼ਗਾਰੀ ਹੈ ਜਾਂ ਜਿਹੜੀ ਕਿਰਤ ਸ਼ਕਤੀ ਨੂੰ ਕੰਮ ਨਹੀਂ ਮਿਲ ਰਿਹਾ, ਉਹਨੂੰ ਗੌਣ ਖੇਤਰ ਉਸਨੂੰ ਕਿਰਤ ਸ਼ਕਤੀ ਨੂੰ ਕੰਮ ਦਿੰਦਾ ਹੈ। ਜਿਵੇਂ ਤੁਹਾਡੇ ਸ਼ਹਿਰ ਜਾਂ ਪਿੰਡ ਦੇ ਵਿੱਚ ਆਸੇ-ਪਾਸੇ ਤੁਸੀਂ ਦੇਖਿਆ ਹੋਵੇਗਾ ਕੋਈ ਫੈਕਟਰੀ ਜ਼ਰੂਰ ਹੋਏਗੀ, ਤਾਂ ਉਸ ਫੈਕਟਰੀ ਦੇ ਵਿੱਚ ਦੂਰ-ਦੂਰ ਤੋਂ ਆ ਕੇ ਲੋਕ ਜਿਹੜੇ ਆ ਕੰਮ ਕਰਦੇ ਹਨ। ਉਹ ਪਿੰਡਾਂ ਤੋਂ ਵੀ ਆਉਂਦੇ ਆ, ਹੋਰ ਸ਼ਹਿਰਾਂ ਤੋਂ ਵੀ ਆਉਂਦੇ ਹਨ। ਸੋ ਉਹ ਜਿਹੜੀ ਕਿਰਤ ਸ਼ਕਤੀ ਹੈ ਉਹ ਪ੍ਰਾਥਮਿਕ ਖੇਤਰ ਦੀ ਵਾਧੂ ਕਿਰਤ ਸ਼ਕਤੀ ਹੈ। ਇਸ ਤਰ੍ਹਾਂ ਗੌਣ ਖੇਤਰ ਪ੍ਰਾਥਮਿਕ ਖੇਤਰ ਵਿੱਚ ਪਾਈ ਜਾਣ ਵਾਲੀ ਛੁਪੀ ਹੋਈ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕਰਨ ਵਿੱਚ ਮਦਦ ਕਰਦਾ ਹੈ। ਗੌਣ ਖੇਤਰ ਪ੍ਰਾਥਮਿਕ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਬਹੁਤ ਸਾਰੀਆਂ ਜੀਵਨ ਸੁਵਿਧਾਵਾਂ ਦਿੰਦਾ ਹੈ। ਜੀਵਨ ਸੁਵਿਧਾਵਾਂ ਜਿਵੇਂ ਫਰਿੱਜ, ਟੈਲੀਵਿਜ਼ਨ, ਕਾਰ, AC ਹੈ, ਇਹ ਸਾਰੀਆਂ ਚੀਜ਼ਾਂ ਗੌਣ ਖੇਤਰ ਦੇ ਵਿੱਚ ਹੀ ਬਣਦੀਆਂ ਨੇ। ਸੋ ਚਾਹੇ ਉਹ ਪ੍ਰਾਥਮਿਕ ਖੇਤਰ ਹੈ, ਚਾਹੇ ਉਹ ਸੇਵਾ ਖੇਤਰ ਹੈ, ਗੌਣ ਖੇਤਰ ਜਿਹੜਾ ਲੋਕਾਂ ਨੂੰ ਬਹੁਤ ਜਿਹੜੀਆਂ ਜੀਵਨ ਸੁਵਿਧਾਵਾਂ ਉਹ ਪ੍ਰਦਾਨ ਕਰਦਾ ਹੈ। ਪ੍ਰਾਥਮਿਕ ਅਤੇ ਗੌਣ ਖੇਤਰ ਨੂੰ ਆਪਣਾ ਵਿਕਾਸ ਕਰਨ ਲਈ ਵਿੱਤ ਦੀ ਲੋੜ ਹੁੰਦੀ ਹੈ। ਹੁਣ ਚਾਹੇ ਤਾਂ ਤੁਸੀਂ ਖੇਤੀਬਾੜੀ ਕਰਨੀ ਹੈ, ਚਾਹੇ ਤੁਸੀਂ ਕੋਈ ਫੈਕਟਰੀ ਲਾਉਣੀ ਹੈ, ਉਹਦੇ ਲਈ ਤੁਹਾਨੂੰ ਨਿਵੇਸ਼ ਦੀ ਲੋੜ ਪੈਂਦੀ ਹੈ। ਸਮੇਂ-ਸਮੇਂ 'ਤੇ ਤੁਹਾਨੂੰ ਪੈਸਾ ਚਾਹੀਦਾ ਹੈ। ਉਹ ਪੈਸਾ ਜਿਹੜਾ ਹੈਗਾ ਉਹ ਸਾਨੂੰ ਕਿਤੋਂ ਨਾ ਕਿਤੋਂ ਕਰਜ਼ਾ ਲੈਣਾ ਪੈਂਦਾ ਕਿਸੇ ਬੈਂਕ ਤੋਂ। ਇਸੇ ਤਰੀਕੇ ਨਾਲ ਸਾਨੂੰ ਬੀਮਾ ਕਰਵਾਉਣਾ ਪੈਂਦਾ ਆਪਦੀਆਂ ਚੀਜ਼ਾਂ ਦਾ। ਸੋ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਹੈਗੀਆਂ, ਉਹਨਾਂ ਸੇਵਾਵਾਂ ਨੂੰ ਸੇਵਾ ਖੇਤਰ ਜਿਹੜਾ ਉਹ ਪ੍ਰਦਾਨ ਕਰਾਉਂਦਾ ਹੈ। ਸੇਵਾ ਖੇਤਰ ਇਸ ਤੋਂ ਇਲਾਵਾ ਪ੍ਰਾਥਮਿਕ ਅਤੇ ਗੌਣ ਖੇਤਰ ਦੀ ਆਵਾਜਾਈ ਸੇਵਾਵਾਂ ਰਾਹੀਂ ਵੀ ਮਦਦ ਕਰਦਾ ਹੈ ਤਾਂ ਕਿ ਇਹਨਾਂ ਦੁਆਰਾ ਬਣਾਈਆਂ ਵਸਤੂਆਂ ਨੂੰ ਹਰ ਥਾਂ ਤੇ ਉਪਲਬਧ ਕਰਵਾਇਆ ਜਾ ਸਕੇ। ਖੇਤ ਦੇ ਵਿੱਚ ਫਸਲ ਪੈਦਾ ਹੁੰਦੀ ਹੈ ਤਾਂ ਉਸ ਫਸਲ ਨੂੰ ਮੰਡੀ ਤੱਕ ਲਿਜਾਣ ਵਾਸਤੇ ਸਾਨੂੰ ਟਰੈਕਟਰ ਦੀ ਲੋੜ ਪੈਂਦੀ ਹੈ। ਮੰਡੀ ਤੋਂ ਅੱਗੇ ਗੋਦਾਮਾਂ ਤੱਕ ਲਿਜਾਉਣ ਵਾਸਤੇ ਫਿਰ ਆਵਾਜਾਈ ਲਈ ਟਰਾਂਸਪੋਰਟ ਕੰਪਨੀਆਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਨੇ। ਸੋ ਸੇਵਾ ਖੇਤਰ ਜਿਹੜਾ ਉਹ ਪ੍ਰਾਥਮਿਕ ਤੇ ਗੌਣ ਖੇਤਰ ਦੀ ਆਵਾਜਾਈ ਸੇਵਾਵਾਂ ਰਾਹੀਂ ਵੀ ਮਦਦ ਕਰਦਾ ਹੈ। ਸੇਵਾ ਖੇਤਰ ਪ੍ਰਾਥਮਿਕ ਖੇਤਰ ਅਤੇ ਗੌਣ ਖੇਤਰ ਨੂੰ ਸੰਚਾਰ ਦੇ ਸਾਧਨਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਵਾਉਂਦਾ ਹੈ। ਜਿਸ ਤਰ੍ਹਾਂ ਆਪਾਂ ਮੋਬਾਈਲ ਫੋਨ ਇਸਤੇਮਾਲ ਕਰਦੇ ਹਾਂ, ਮੋਬਾਈਲ ਚਾਹੇ ਬਣਦਾ ਗੌਣ ਖੇਤਰ ਵਿੱਚ ਹੈ, ਪਰ ਜਿਹੜੀਆਂ ਮੋਬਾਈਲ ਦੀਆਂ ਸੇਵਾਵਾਂ ਹਨ ਉਹ ਸੇਵਾ ਖੇਤਰ ਦੇ ਵਿੱਚ ਆਉਂਦੀਆਂ ਨੇ। ਸੋ ਇਹ ਜਿਹੜਾ ਸੰਚਾਰ ਦੇ ਸਾਧਨ ਵੀ ਸੇਵਾ ਖੇਤਰ ਵੱਲੋਂ ਪ੍ਰਦਾਨ ਕਰਵਾਏ ਜਾਂਦੇ ਨੇ। ਸੇਵਾ ਖੇਤਰ ਬਹੁਤ ਸਾਰੀਆਂ ਸੇਵਾਵਾਂ ਜਿਵੇਂ ਕਿ ਅਧਿਆਪਨ, ਸਿਹਤ, ਕਾਨੂੰਨ, ਸੂਚਨਾ ਤਕਨੀਕ ਆਦਿ ਪ੍ਰਦਾਨ ਕਰਦਾ ਹੈ ਜੋ ਕਿ ਪ੍ਰਤੱਖ ਰੂਪ ਵਿੱਚ ਵਸਤੂਆਂ ਦਾ ਉਤਪਾਦਨ ਕਰਨ ਵਿੱਚ ਮਦਦ ਨਹੀਂ ਕਰਦੀਆਂ, ਪਰ ਫਿਰ ਵੀ ਪ੍ਰਾਥਮਿਕ ਅਤੇ ਗੌਣ ਖੇਤਰ ਵਿੱਚ ਉਤਪਾਦਨ ਕਰਨ ਲਈ ਜ਼ਰੂਰੀ ਹਨ। ਤਾਂ ਮਤਲਬ ਜਿਵੇਂ ਚਾਹੇ ਪ੍ਰਾਥਮਿਕ ਖੇਤਰ ਹੈ ਚਾਹੇ ਗੌਣ ਖੇਤਰ ਹੈ, ਸੋ ਉਹਨਾਂ ਨੂੰ ਪੜ੍ਹਾਈ ਦੀ ਸਿੱਖਿਆ ਦੀ ਲੋੜ ਪੈਂਦੀ ਹੈ। ਕਿਸਾਨਾਂ ਦੇ ਬੱਚੇ ਵੀ ਹੁੰਦੇ ਉਹ ਸਕੂਲਾਂ ਵਿੱਚ ਵੀ ਪੜ੍ਹਦੇ ਹਨ, ਜਾਂ ਚੰਗਾ ਕਿਸਾਨ ਬਣਨ ਵਾਸਤੇ ਜਿਸ ਤਰ੍ਹਾਂ BSc ਐਗਰੀਕਲਚਰ ਦੇ ਕੁਝ ਕੋਰਸਿਸ ਹੁੰਦੇ ਨੇ ਉਹ ਕਰਨੇ ਹੁੰਦੇ ਨੇ। ਸੋ ਇਹ ਸੇਵਾ ਖੇਤਰ ਵੱਲੋਂ ਪ੍ਰੋਵਾਈਡ ਕਰਵਾਏ ਜਾਂਦੇ ਆ। ਇਸੇ ਤਰੀਕੇ ਨਾਲ ਚਾਹੇ ਪ੍ਰਾਥਮਿਕ ਖੇਤਰ ਹੋਵੇ ਚਾਹੇ ਗੌਣ ਖੇਤਰ ਹੋਵੇ, ਉਹਨਾਂ ਨੂੰ ਆਪਣੀ ਸਿਹਤ, ਜੇ ਕੋਈ ਬੰਦਾ ਬਿਮਾਰ ਹੋ ਜਾਂਦਾ ਫਰਜ਼ ਕਰੋ, ਉਹਨੂੰ ਠੀਕ ਕਰਨ ਲਈ ਡਾਕਟਰ ਦੀ ਲੋੜ ਪੈਂਦੀ ਹੀ ਪੈਂਦੀ ਹੈ। ਸੋ ਇਹ ਸੇਵਾਵਾਂ ਚਾਹੇ ਕਾਨੂੰਨ ਹੈ ਜਾਂ ਹੋਰ ਸੇਵਾਵਾਂ ਹਨ, ਉਹ ਸਾਰੀਆਂ ਜਿਹੜੀਆਂ ਨੇ ਉਹ ਸੇਵਾ ਖੇਤਰ ਵੱਲੋਂ ਹੀ ਪ੍ਰਦਾਨ ਕਰਵਾਈਆਂ ਜਾਂਦੀਆਂ ਨੇ। ਹੁਣ ਆਪਾਂ ਦੇਖਦੇ ਹਾਂ ਆਮਦਨ ਅਤੇ ਰੁਜ਼ਗਾਰ ਦੇ ਸਿਰਜਣ ਵਿੱਚ ਸੇਵਾ ਖੇਤਰ ਦਾ ਯੋਗਦਾਨ। ਸੋ ਸੇਵਾ ਖੇਤਰ ਜਿਹੜਾ ਸਾਡਾ ਉਹ ਆਮਦਨ ਤੇ ਰੁਜ਼ਗਾਰ ਦੇ ਸਿਰਜਣ ਵਿੱਚ ਕੀ ਯੋਗਦਾਨ ਦਿੰਦਾ, ਇਹ ਆਪਾਂ ਹੁਣ ਦੇਖਾਂਗੇ। ਸੋ ਪਹਿਲੀ ਚੀਜ਼ ਹੈਗੀ ਹੈ ਪ੍ਰਾਥਮਿਕ ਅਤੇ ਗੌਣ ਖੇਤਰ ਦੀ ਵਾਧੂ ਕਾਰਜ ਸ਼ਕਤੀ ਨੂੰ ਕੰਮ ਦੇਣਾ। ਨੰਬਰ 2 ਕੁੱਲ ਘਰੇਲੂ ਉਤਪਾਦਨ ਵਿੱਚ ਯੋਗਦਾਨ। ਤੀਸਰਾ ਵਿਕਾਸ ਦੀ ਦਰ ਨੂੰ ਤੇਜ਼ ਕਰਨਾ। ਨੰਬਰ 4 ਵਿਦੇਸ਼ੀ ਵਪਾਰ ਵਿੱਚ ਯੋਗਦਾਨ। ਨੰਬਰ 5 ਮਨੁੱਖੀ ਪੂੰਜੀ ਨਿਰਮਾਣ ਵਿੱਚ ਯੋਗਦਾਨ। ਨੰਬਰ 6 ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਦੇਸ਼ ਵਿੱਚ ਲਿਆਉਣ ਲਈ ਸਹਾਇਕ। ਨੰਬਰ 7 ਆਰਥਿਕ ਢਾਂਚੇ ਅਤੇ ਸੰਚਾਰ ਸੇਵਾਵਾਂ ਦੇ ਵਿਕਾਸ ਵਿੱਚ ਸਹਾਇਕ। ਔਰ ਨੰਬਰ 8 ਹੈ ਅਰਥ ਵਿਵਸਥਾ ਨੂੰ ਸਥਿਰਤਾ ਦੇਣਾ। ਹੁਣ ਆਪਾਂ ਇਹਨਾਂ ਸਾਰੇ ਪੁਆਇੰਟਸ ਨੂੰ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ। ਪਹਿਲਾ ਹੈ ਪ੍ਰਾਥਮਿਕ ਅਤੇ ਗੌਣ ਖੇਤਰ ਦੀ ਵਾਧੂ ਕਾਰਜ ਸ਼ਕਤੀ ਨੂੰ ਕੰਮ ਦੇਣਾ। ਆਰਥਿਕ ਵਿਕਾਸ ਦੇ ਨਾਲ ਨਾਲ ਜਿਹੜੇ ਗੌਣ ਖੇਤਰ ਤੇ ਪ੍ਰਾਥਮਿਕ ਖੇਤਰ ਦੇ ਵਿੱਚ ਕੰਮਾਂ ਦੀ ਮੰਗ ਘਟ ਜਾਂਦੀ ਹੈ,
ਕਿਉਂਕਿ ਜਦੋਂ ਵਿਕਾਸ ਹੁੰਦਾ, ਜਿਸ ਤਰ੍ਹਾਂ ਆਪਾਂ ਇੱਕ ਉਦਾਹਰਨ ਲੈਂਦੇ ਹਾਂ, ਪਹਿਲਾਂ ਖੇਤੀ ਹੱਥਾਂ ਨਾਲ ਕੀਤੀ ਜਾਂਦੀ ਸੀ, ਚਾਹੇ ਫਸਲ ਦੀ ਬਿਜਾਈ ਹੈ, ਚਾਹੇ ਫਸਲ ਦੀ ਕਟਾਈ ਹੈ, ਉਹ ਸਾਰੇ ਕੰਮ ਹੱਥਾਂ ਨਾਲ ਕੀਤੇ ਜਾਂਦੇ ਸਨ। ਫਿਰ ਜਿਹੜਾ ਜਦੋਂ ਫਸਲ ਨੂੰ ਵਾਹੁਣਾ ਹੁੰਦਾ ਸੀ ਤਾਂ ਬਲਦਾਂ ਦੇ ਨਾਲ ਵਹਾਈ ਕੀਤੀ ਜਾਂਦੀ ਸੀ, ਬਲਦਾਂ ਦੇ ਪਿੱਛੇ ਹਲ ਜੋੜ ਕੇ, ਤਾਂ ਬੰਦੇ ਨੂੰ ਇੱਕ ਬੰਦਾ ਜਿਹੜਾ ਉਹ ਹਲ ਵਾਹੁੰਦਾ ਫਰਜ਼ ਕਰੋ, ਤਾਂ ਉਸ ਨੂੰ ਜ਼ਿਆਦਾ ਸਮਾਂ ਲੱਗਦਾ। ਹੁਣ ਕੀ ਹੋ ਗਿਆ, ਆਰਥਿਕ ਵਿਕਾਸ ਦੇ ਨਾਲ ਨਾਲ ਇਹ ਸਾਰੇ ਕੰਮ ਮਸ਼ੀਨਰੀ ਨਾਲ ਹੋਣ ਲੱਗ ਪਏ, ਤਾਂ ਬਹੁਤ ਸਾਰੇ ਬੰਦਿਆਂ ਦਾ ਕੰਮ ਇੱਕ ਮਸ਼ੀਨ ਜਿਹੜੇ ਉਹ ਕਰ ਦਿੰਦੇ। ਫਰਜ਼ ਕਰੋ ਇੱਕ ਮਸ਼ੀਨ 10 ਬੰਦਿਆਂ ਦਾ ਕੰਮ ਕਰਦੀ ਆ, ਤਾਂ ਉਹ ਇੱਕ ਬੰਦਾ ਮੰਨ ਲਓ ਮਸ਼ੀਨ ਨੂੰ ਚਲਾਉਣ ਤੇ ਲੱਗਿਆ ਹੋਇਆ ਤਾਂ 9 ਬੰਦੇ ਵਿਹਲੇ ਹੋ ਗਏ, ਹੈ ਨਾ। ਸੋ ਇਸ ਕਰਕੇ ਆਰਥਿਕ ਵਿਕਾਸ ਦੇ ਜਦੋਂ ਹੁੰਦਾ ਹੈ ਤਾਂ ਉਹਦੇ ਨਾਲ ਪ੍ਰਾਥਮਿਕ ਤੇ ਗੌਣ ਖੇਤਰ ਹੈ, ਇਹਨਾਂ ਦੋਹਾਂ ਖੇਤਰਾਂ ਵਿੱਚ ਕਾਮਿਆਂ ਦੀ ਮੰਗ ਘਟ ਜਾਂਦੀ ਹੈ। ਸੋ ਉਹ ਜਿਹੜੀ ਮੰਗ ਜਿਹੜੀ ਘਟਣ ਕਰਕੇ ਜਿਹੜੀ ਕਾਰਜ ਸ਼ਕਤੀ ਬਚ ਗਈ, ਜਿਹੜੇ ਲੋਕ ਬੇਰੁਜ਼ਗਾਰ ਹੋ ਗਏ ਇਸ ਵਜ੍ਹਾ ਦੇ ਕਰਕੇ, ਉਹਨਾਂ ਨੂੰ ਕੰਮ ਜਿਹੜਾ ਹੈਗਾ ਉਹ ਫਿਰ ਸੇਵਾ ਖੇਤਰ ਦਿੰਦਾ ਹੈ। ਉਦਾਹਰਨ ਵਜੋਂ 2018-19 ਵਿੱਚ ਭਾਰਤ ਦੀ ਕੁੱਲ ਕਾਰਜ ਸ਼ਕਤੀ ਦਾ ਲਗਭਗ 34% ਹਿੱਸਾ ਜਿਹੜਾ ਸੀ ਉਸ ਨੂੰ ਸੇਵਾ ਖੇਤਰ ਵਿੱਚ ਰੁਜ਼ਗਾਰ ਮਿਲਿਆ ਹੋਇਆ ਸੀ, ਯਾਨੀ ਕਿ ਲਗਭਗ 1/3 ਜਿਹੜੇ ਲੋਕ ਹੈ ਸਾਡੇ ਭਾਰਤ ਦੇ ਉਹ ਸੇਵਾ ਖੇਤਰ ਦੇ ਵਿੱਚ ਉਹਨਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਦੂਸਰਾ ਹੈ ਕੁੱਲ ਘਰੇਲੂ ਉਤਪਾਦਨ ਵਿੱਚ ਯੋਗਦਾਨ। ਸੇਵਾ ਖੇਤਰ ਜਿਹੜਾ ਹੈ ਇਹ ਕੁੱਲ ਘਰੇਲੂ ਉਤਪਾਦਨ ਵਿੱਚ ਯੋਗਦਾਨ ਦੇਣ ਵਾਲਾ ਵੀ ਸਭ ਤੋਂ ਵੱਡਾ ਖੇਤਰ ਬਣ ਗਿਆ। ਅੱਜ ਦੀ ਡੇਟ ਦੇ ਵਿੱਚ ਆਪਾਂ ਦੇਖੀਏ, ਜੇ ਆਪਾਂ ਪਹਿਲਾਂ ਦੀ ਗੱਲ ਕਰੀਏ 1950-51 ਵਿੱਚ ਜਿਹੜਾ ਇਹਦਾ ਯੋਗਦਾਨ 28.5% ਸੀ, ਮਤਲਬ ਲਗਭਗ ਚੌਥਾ ਹਿੱਸਾ ਤੋਂ ਥੋੜ੍ਹਾ ਜਿਹਾ ਜ਼ਿਆਦਾ ਸੀ, ਪਰ ਹੁਣ ਇਹ ਬਹੁਤ ਜ਼ਿਆਦਾ ਵੱਧ ਚੁੱਕਾ। ਹੁਣ ਕਿੰਨਾ ਹੋ ਗਿਆ, ਹੁਣ ਆਪਾਂ ਤੁਹਾਡੇ ਸਾਹਮਣੇ ਦੇਖੋ ਇੱਕ ਪਾਈ ਚਾਰਟ ਹੈ। ਸੋ ਇਹਦੇ ਵਿੱਚ ਬਲੂ ਕਲਰ ਦੇ ਵਿੱਚ, ਨੀਲੇ ਰੰਗ ਦੇ ਵਿੱਚ ਪ੍ਰਾਥਮਿਕ ਖੇਤਰ ਦਿਖਾਇਆ ਗਿਆ ਹੈ, ਸੰਤਰੀ ਰੰਗ ਵਿੱਚ ਗੌਣ ਖੇਤਰ ਤੇ ਹਰੇ ਰੰਗ ਦੇ ਵਿੱਚ ਸੇਵਾ ਖੇਤਰ ਦਿਖਾਇਆ ਗਿਆ। ਤਾਂ ਹੁਣ ਦੇਖੋ ਕਿ ਜਿਹੜਾ ਪ੍ਰਾਥਮਿਕ ਖੇਤਰ ਹੈ ਉਹ ਸਿਰਫ 20.19% ਯੋਗਦਾਨ ਹੈ ਉਹਦਾ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਵਿੱਚ। ਸੇਵਾ ਖੇਤਰ ਗੌਣ ਖੇਤਰ ਦਾ 25.92% ਹੈ, ਔਰ ਸਭ ਤੋਂ ਵੱਧ ਜਿਹੜਾ ਹੈ ਉਹ ਸੇਵਾ ਖੇਤਰ ਦਾ ਯੋਗਦਾਨ ਹੈ 53.89%, ਯਾਨੀ ਕਿ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਦੇ ਵਿੱਚ ਅੱਧ ਤੋਂ ਵੀ ਵੱਧ ਯੋਗਦਾਨ ਜਿਹੜਾ ਇਸ ਵੇਲੇ ਉਹ ਸੇਵਾ ਖੇਤਰ ਪਾ ਰਿਹਾ ਹੈ। ਉਸ ਤੋਂ ਅਗਲੀ ਗੱਲ ਹੈ ਅਰਥ ਵਿਵਸਥਾ ਦੀ ਵਿਕਾਸ ਦੀ ਦਰ। ਹੁਣ ਅਰਥ ਵਿਵਸਥਾ ਦਾ ਜਿਹੜਾ ਵਿਕਾਸ ਹੈ ਉਸ ਦੀ ਦਰ ਨੂੰ ਤੇਜ਼ ਕਰਨ ਦਾ ਕੰਮ ਜਿਹੜਾ ਹੈ ਉਹ ਵੀ ਆਪਾਂ ਦੇਖਦੇ ਹਾਂ ਕਿ ਸੇਵਾ ਖੇਤਰ ਕਿਵੇਂ ਕਰ ਰਿਹਾ। ਤੁਹਾਡੇ ਸਾਹਮਣੇ ਜੋ ਗ੍ਰਾਫ ਦਿੱਤਾ ਗਿਆ ਹੈ ਇਸ ਵਿੱਚ ਵਿਕਾਸ ਦੀ ਦਰ ਦਿਖਾਈ ਗਈ ਹੈ ਅਲੱਗ-ਅਲੱਗ ਖੇਤਰਾਂ ਵਿੱਚ। ਸਭ ਤੋਂ ਖੱਬੇ ਪਾਸੇ ਜਿਹੜਾ ਬਾਰ ਦਿਖ ਰਿਹਾ ਤੁਹਾਨੂੰ, ਡੰਡਾ ਦਿਖ ਰਿਹਾ, ਉਹ ਹੈਗਾ ਪ੍ਰਾਥਮਿਕ ਖੇਤਰ ਦਾ 4%, ਯਾਨੀ ਕਿ ਜਿਹੜਾ ਯੋਜਨਾ ਕਾਲ ਰਿਹਾ ਭਾਰਤ ਦਾ ਉਸ ਦੌਰਾਨ ਪ੍ਰਾਥਮਿਕ ਖੇਤਰ ਦੇ ਵਿਕਾਸ ਦੀ ਦਰ ਰਹੀ ਹੈ 4%, ਗੌਣ ਖੇਤਰ ਦੇ ਵਿਕਾਸ ਦੀ ਦਰ ਰਹੀ ਹੈ 6%, ਔਰ ਸੇਵਾ ਖੇਤਰ ਦੇ ਵਿਕਾਸ ਦੀ ਦਰ ਰਹੀ ਹੈ 9%। ਤਾਂ ਇਹਦਾ ਮਤਲਬ ਇਹ ਹੋਇਆ ਕਿ ਦੇਸ਼ ਦੇ ਵਿਕਾਸ ਦੀ ਦਰ ਨੂੰ ਤੇਜ਼ ਕਰਨ ਵਿੱਚ ਸਭ ਤੋਂ ਵੱਧ ਜਿਹੜਾ ਯੋਗਦਾਨ ਪਾ ਰਿਹਾ ਇਸ ਵੇਲੇ ਉਹ ਸੇਵਾ ਖੇਤਰ ਹੀ ਹੈ। ਉਸ ਤੋਂ ਬਾਅਦ ਹੈ ਬੱਚੋ ਭਾਰਤ ਦੇ ਵਿਦੇਸ਼ੀ ਵਪਾਰ ਵਿੱਚ ਯੋਗਦਾਨ। ਭਾਰਤ ਦੇ ਵਿਦੇਸ਼ੀ ਵਪਾਰ ਦੀ ਜੇ ਆਪਾਂ ਗੱਲ ਕਰੀਏ ਤਾਂ 2018-19 ਵਿੱਚ 208 ਬਿਲੀਅਨ ਅਮਰੀਕਨ ਡਾਲਰ ਦਾ ਨਿਰਯਾਤ ਜਿਹੜਾ ਉਹ ਸੇਵਾ ਖੇਤਰ ਵੱਲੋਂ ਕੀਤਾ ਗਿਆ ਸੀ ਤੇ 126.1 ਬਿਲੀਅਨ ਅਮਰੀਕੀ ਡਾਲਰ ਦਾ ਆਯਾਤ ਸੇਵਾ ਖੇਤਰ ਵੱਲੋਂ ਕੀਤਾ ਗਿਆ ਸੀ। ਤਾਂ ਇਸ ਦੇ ਹਿਸਾਬ ਦੇ ਨਾਲ ਜਿਹੜੀ ਵਿਕਾਸ ਦਰ ਹੈਗੀ ਹੈ ਉਹ ਨਿਰਯਾਤਾਂ ਦੀ ਵਿਕਾਸ ਦਰ 6.6% ਰਹੀ ਹੈ ਤੇ ਆਯਾਤਾਂ ਦੀ ਵਿਕਾਸ ਦਰ 7.3% ਰਹੀ ਹੈ। ਸੋ ਇਸ ਦਾ ਮਤਲਬ ਹੈ ਕਿ ਅਸੀਂ ਦੇਖ ਸਕਦੇ ਹਾਂ ਕਿ ਭਾਰਤ ਦੇ ਵਿਦੇਸ਼ੀ ਵਪਾਰ ਦੇ ਵਿੱਚ ਸੇਵਾ ਖੇਤਰ ਦਾ ਕਾਫੀ ਅੱਛਾ ਯੋਗਦਾਨ ਰਿਹਾ ਹੈ। ਉਸ ਤੋਂ ਅੱਗੇ ਹੈ ਮਨੁੱਖੀ ਪੂੰਜੀ ਨਿਰਮਾਣ ਵਿੱਚ ਯੋਗਦਾਨ। ਸੇਵਾ ਖੇਤਰ ਜਿਹੜਾ ਉਹ ਮਨੁੱਖੀ ਪੂੰਜੀ ਨਿਰਮਾਣ ਦੇ ਵਿੱਚ ਵੀ ਯੋਗਦਾਨ ਪਾਉਂਦਾ ਹੈ। ਮਨੁੱਖੀ ਪੂੰਜੀ ਨਿਰਮਾਣ ਹੈ ਜਿਹੜਾ ਬੱਚੋ ਇਹ ਕਿਸੇ ਵੀ ਅਰਥ ਵਿਵਸਥਾ ਦੇ ਵਿਕਾਸ ਦੀ ਪਹਿਲੀ ਸ਼ਰਤ ਹੁੰਦਾ ਹੈ। ਇਸ ਵਿੱਚ ਸਿਹਤ ਸਹੂਲਤਾਂ, ਸਿੱਖਿਆ, ਸੰਚਾਰ, ਤਕਨੀਕ, ਹੁਨਰ ਦਾ ਵਿਕਾਸ, ਸੈਰ ਸਪਾਟਾ, ਖੇਡਾਂ, ਕਲਾ, ਇਹ ਸਾਰੀਆਂ ਚੀਜ਼ਾਂ ਰਾਹੀਂ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ। ਸੋ ਜਿੰਨੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਆਵੇਗਾ ਉਨੇ ਹੀ ਵਧੀਆ ਮਨੁੱਖ ਉਹ ਬਣਨਗੇ ਤੇ ਉਹ ਜਿੰਨੇ ਵਧੀਆ ਮਨੁੱਖ ਹੋਣਗੇ ਉਨਾ ਹੀ ਉਹ ਅਰਥ ਵਿਵਸਥਾ ਦੇ ਵਿਕਾਸ ਦੇ ਵਿੱਚ ਯੋਗਦਾਨ ਦੇਣਗੇ। ਹੁਣ ਆਪਾਂ ਮਨੁੱਖੀ ਪੂੰਜੀ ਨੂੰ ਥੋੜਾ ਡਿਟੇਲ ਦੇ ਵਿੱਚ ਸਮਝ ਲੈਂਦੇ ਹਾਂ। ਮਨੁੱਖੀ ਪੂੰਜੀ ਤੋਂ ਭਾਵ ਇਹ ਹੁੰਦਾ ਕਿ ਕਿਸੇ ਦੇਸ਼ ਵਿੱਚ ਕੁਸ਼ਲ ਅਤੇ ਯੋਗ ਲੋਕਾਂ ਦੀ ਕੁੱਲ ਗਿਣਤੀ, ਯਾਨੀ ਕਿ ਦੇਸ਼ ਵਿੱਚ ਕਿੰਨੇ ਲੋਕ ਸਕਿਲਡ ਹੈਗੇ ਆ, ਕਿੰਨੇ ਯੋਗ ਲੋਕ ਜਿਹੜੇ ਆ ਉਹ ਕੰਮ ਕਰਨ ਦੇ ਜਾਂ ਉਤਪਾਦਨ ਕਰਨ ਦੇ ਯੋਗ ਹਨ, ਇਸ ਗਿਣਤੀ ਨੂੰ ਮਨੁੱਖੀ ਪੂੰਜੀ ਕਿਹਾ ਜਾਂਦਾ ਹੈ। ਇਸ ਦਾ ਭਾਵ ਹੈ ਉਹ ਸਾਰੇ ਲੋਕ ਜੋ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ਨੂੰ ਪੈਦਾ ਕਰਨ ਵਿੱਚ ਯੋਗਦਾਨ ਦਿੰਦੇ ਹਨ। ਇਹਨਾਂ ਕੋਲ ਉਤਪਾਦਨ ਕਰਨ ਦਾ ਹੁਨਰ ਵੀ ਹੁੰਦਾ ਹੈ, ਇਹਨਾਂ ਕੋਲ ਯੋਗਤਾ ਹੁੰਦੀ ਹੈ ਉਤਪਾਦਨ ਕਰਨ ਦੀ, ਔਰ ਉਤਪਾਦਨ ਕਰਨ ਦਾ ਅਨੁਭਵ ਵੀ ਹੁੰਦਾ ਹੈ। ਇਸੇ ਕਰਕੇ ਇਹਨਾਂ ਨੂੰ ਮਨੁੱਖੀ ਪੂੰਜੀ ਕਹਿ ਦਿੱਤਾ ਜਾਂਦਾ ਹੈ। ਮਨੁੱਖੀ ਪੂੰਜੀ ਦੇ ਭੰਡਾਰ ਵਿੱਚ
ਹੁਣ ਆਪਾਂ ਦੇਖਦੇ ਹਾਂ कि कौन लोग होंगे जिस तरह उद्यमी यानी जो लोग उत्पादन करते हैं और कामे किसी भी तुसी किसी फैक्ट्री दे विच चले जाओ किसी भी उद्योग दे विच चले जाओ उत्थे जिहड़े कामे काम करते हैं वो जिहड़ी जे कोई काम फर्ज करो कोई मशीन चला रहा है कोई फिटर है या मतलब कोई भी काम करता तो उसनों उस चीज़ नूं जां उस मशीन नूं चलाउण दी ट्रेनिंग उस कामे ने ਲਈ ਹੁੰਦੀ ਹੈ। इसी तरीके नाल अध्यापक हैं डॉक्टर इंजीनियर वकील ये सारे लोग जिहड़े है ये मनुखी पूंजी का निर्माण करते हैं। ਹੁਣ ਆਪਾਂ ਦੇਖਦੇ ਹਾਂ ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਦੇਸ਼ ਵਿੱਚ ਲਿਆਉਣ ਵਿੱਚ ਸੇਵਾ ਖੇਤਰ ਕਿਵੇਂ ਸਹਾਇਕ ਹੁੰਦਾ ਹੈ। ਤਾਂ ਇਹ ਭਾਰਤ ਜਿਹੜਾ ਹੈਗਾ ਤੁਹਾਨੂੰ ਪਤਾ ਕਿ ਭਾਰਤ ਦੇ ਕੋਲ ਬਹੁਤ ਸਾਰੇ ਕੁਦਰਤੀ ਸਾਧਨ ਹਨ ਪਰ ਇਹਨਾਂ ਸਾਧਨਾਂ ਦੇ ਹੋਣ ਦੇ ਬਾਵਜੂਦ ਭਾਰਤ ਦੇ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਜਿਹੜੀ ਹੈ ਉਹ ਘੱਟ ਹੋ ਰਹੀ ਹੈ। ਇਸ ਕਰਕੇ ਭਾਰਤ ਨੂੰ ਵਿਕਾਸਸ਼ੀਲ ਦੇਸ਼ ਕਿਹਾ ਜਾਂਦਾ ਹੈ। ਬਹੁਤ ਸਾਰੇ ਦੇਸ਼ ਦੁਨੀਆ ਦੇ ਵਿੱਚ ਹਨ ਜਿਨ੍ਹਾਂ ਕੋਲੇ ਸਾਧਨ ਘੱਟ ਸੀ ਪਰ ਉਹ ਵਰਤੋਂ ਆਪਣੇ ਸਾਧਨਾਂ ਦੀ ਪੂਰੀ ਕਰਕੇ ਉਹਨਾਂ ਨੇ ਵਿਕਾਸ ਕਰ ਲਿਆ। ਤਾਂ ਭਾਰਤ ਦੇ ਕੋਲੇ ਇਹ ਸਮੱਸਿਆ ਹੈਗੀ ਹੈ ਕਿ ਭਾਰਤ ਵਿੱਚ ਕੁਦਰਤੀ ਸਾਧਨਾਂ ਦੀ ਵਰਤੋਂ ਜਿਹੜੀ ਹੈ ਉਹ ਘੱਟ ਹੋ ਰਹੀ ਹੈ। ਸੋ ਕੁਦਰਤੀ ਸਾਧਨਾਂ ਦੀ ਵਰਤੋਂ ਨੂੰ ਵਧਾਉਣ ਵਾਸਤੇ ਸੇਵਾ ਖੇਤਰ ਸਾਡੀ ਮਦਦ ਕਿਵੇਂ ਕਰਦਾ ਹੈ ਕਿ ਉਹ ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਭਾਰਤ ਦੇ ਵਿੱਚ ਲੈ ਕੇ ਆ ਰਿਹਾ। 2018-19 ਵਿੱਚ ਜਿਹੜਾ ਪ੍ਰਤੱਖ ਵਿਦੇਸ਼ੀ ਨਿਵੇਸ਼ ਹੋਇਆ ਸੀ ਭਾਰਤ ਦੇ ਵਿੱਚ ਉਹਦੇ ਵਿੱਚੋਂ 63.7% ਨਿਵੇਸ਼ ਸੀ ਜਿਹੜਾ ਉਹ ਸੇਵਾ ਖੇਤਰ ਵਿੱਚ ਹੀ ਹੋਇਆ ਸੀ। ਸੋ ਇਹ ਵਿਦੇਸ਼ੀ ਨਿਵੇਸ਼ ਦੇ ਆਉਣ ਦੇ ਨਾਲ ਭਾਰਤ ਦੇ ਕੁਦਰਤੀ ਸਾਧਨਾਂ ਦੀ ਵਰਤੋਂ ਵਧੇਗੀ ਜਿਸ ਦੇ ਨਾਲ ਭਾਰਤ ਜਿਹੜਾ ਉਹ ਬੜੀ ਜਲਦੀ ਹੀ ਵਿਕਸਿਤ ਦੇਸ਼ ਬਣ ਜਾਵੇਗਾ। ਉਸ ਤੋਂ ਬਾਅਦ ਹੈ ਆਰਥਿਕ ਢਾਂਚੇ ਅਤੇ ਸੰਚਾਰ ਸੇਵਾਵਾਂ ਦੇ ਵਿਕਾਸ ਵਿੱਚ ਸਹਾਇਕ। ਤਾਂ ਜਿਹੜਾ ਸੇਵਾ ਖੇਤਰ ਹੈ ਇਹ ਆਰਥਿਕ ਢਾਂਚੇ ਤੇ ਸੰਚਾਰ ਸੇਵਾਵਾਂ ਦੇ ਵਿਕਾਸ ਵਿੱਚ ਕਿਵੇਂ ਕਿਉਂਕਿ ਇਹ ਜਿਹੜੀਆਂ ਚਾਹੇ ਸਾਡਾ ਆਰਥਿਕ ਢਾਂਚਾ ਜਿਵੇਂ ਤਾਂ ਆਰਥਿਕ ਢਾਂਚੇ ਵਿੱਚ ਕੀ ਕੁਛ ਆ ਜਾਂਦਾ ਜਿਵੇਂ ਆਵਾਜਾਈ ਆ ਗਿਆ ਹੈ ਨਾ। ਸੋ ਆਵਾਜਾਈ ਜਿਹੜੀ ਹੈ ਉਹ ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ ਸੇਵਾ ਖੇਤਰ ਤੋਂ ਪ੍ਰਾਪਤ ਹੁੰਦੀ ਹੈ। ਇਵੇਂ ਸੰਚਾਰ ਸੇਵਾਵਾਂ ਜਿਹੜੀਆਂ ਉਹ ਤਾਂ ਆਪਾਂ ਪਹਿਲਾਂ ਵੀ ਦੇਖਿਆ ਜਿਵੇਂ ਕਿ ਉਹ ਸੇਵਾ ਖੇਤਰ ਵੱਲੋਂ ਹੀ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ। ਸੋ ਤਾਂ ਇਹਦਾ ਮਤਲਬ ਹੋ ਗਿਆ ਕਿ ਸਾਡਾ ਚਾਹੇ ਆਰਥਿਕ ਢਾਂਚਾ ਹੈ ਚਾਹੇ ਸਾਡੀਆਂ ਸੰਚਾਰ ਸੇਵਾਵਾਂ ਉਹਨਾਂ ਦਾ ਜੇ ਵਿਕਾਸ ਕਰਨਾ ਹੈ ਤਾਂ ਸੇਵਾ ਖੇਤਰ ਜਿਹੜਾ ਹੈ ਉਹਦਾ ਵਿਕਾਸ ਕਰਨਾ ਪਵੇਗਾ। ਸੋ ਇਹਦੇ ਤਹਿਤ ਆਪਾਂ ਦੇਖਦੇ ਹਾਂ ਕਿ ਅੱਜ ਦੇਸ਼ ਦੇ ਵਿੱਚ ਤੇਜ਼ ਗਤੀ ਨਾਲ ਚੱਲਣ ਵਾਲੀਆਂ ਰੇਲਾਂ ਜਿਹੜੀਆਂ ਉਹ ਚਲਾਈਆਂ ਜਾ ਰਹੀਆਂ ਨੇ। ਫਿਰ ਮੋਬਾਈਲ ਆਪਾਂ ਸਾਰੇ ਇਸਤੇਮਾਲ ਕਰਦੇ ਹਾਂ ਤਾਂ ਹੁਣ 4G ਤੇ 5G ਮੋਬਾਈਲ ਸੇਵਾਵਾਂ ਜਿਹਦੇ ਨਾਲ ਬੜੀ ਤੇਜ਼ ਸਪੀਡ ਹੋ ਜਾਂਦੀ ਹੈ ਇਹਦੇ ਨਾਲ ਇੰਟਰਨੈਟ ਦੀ ਗਤੀ ਤੇਜ਼ ਹੋ ਜਾਂਦੀ ਹੈ। ਸੋ ਇਹ ਸਾਰਾ ਜੋ ਕੁਛ ਵੀ ਇਹ ਮਿਲ ਰਿਹਾ ਇਹ ਸਾਡੇ ਆਰਥਿਕ ਢਾਂਚੇ ਨੂੰ ਮਜ਼ਬੂਤ ਕਰਦਾ ਹੈ ਔਰ ਆਰਥਿਕ ਢਾਂਚੇ ਨੂੰ ਮਜ਼ਬੂਤ ਕਰਨ ਵਾਲੀ ਇਹ ਜਿਹੜੀਆਂ ਉਹ ਇਹ ਸਾਰੀਆਂ ਸਹੂਲਤਾਂ ਜਾਂ ਸੇਵਾਵਾਂ ਹਨ ਇਹ ਸਾਰੀਆਂ ਸੇਵਾ ਖੇਤਰ ਵੱਲੋਂ ਹੀ ਪ੍ਰਦਾਨ ਕਰਵਾਈਆਂ ਜਾਂਦੀਆਂ ਹਨ। ਉਸ ਤੋਂ ਅਗਲਾ ਪੁਆਇੰਟ ਹੈ ਅਰਥ ਵਿਵਸਥਾ ਨੂੰ ਸਥਿਰਤਾ ਪ੍ਰਦਾਨ ਕਰਵਾਉਣਾ। ਅਰਥ ਵਿਵਸਥਾ ਦੇ ਵਿੱਚ ਸਥਿਰਤਾ ਹੋਣੀ ਵੀ ਜ਼ਰੂਰੀ ਹੁੰਦੀ ਹੈ ਕਿਉਂਕਿ ਜੇ ਦੇਸ਼ ਨੇ ਵਿਕਾਸ ਕਰਨਾ ਹੈ ਤਾਂ ਉੱਥੇ ਸਥਿਰਤਾ ਦੀ ਲੋੜ ਪੈਣੀ ਹੈ। ਹੁਣ ਸਾਡੇ ਦੇਸ਼ ਦੇ ਵਿੱਚ ਜਿਵੇਂ ਅਸੀਂ ਸ਼ੁਰੂ ਤੋਂ ਪੜ੍ਹਦੇ ਆ ਰਹੇ ਹਾਂ ਕਿ ਜਿਹੜਾ ਸਾਡਾ ਪ੍ਰਾਥਮਿਕ ਖੇਤਰ ਹੈ ਉਹਦੇ ਵਿੱਚ ਖੇਤੀਬਾੜੀ ਜਿਹੜਾ ਸਾਡੇ ਲੋਕਾਂ ਦਾ ਮੁੱਖ ਧੰਦਾ ਹੈ। ਖੇਤੀਬਾੜੀ ਜਿਹੜੀ ਬੱਚਿਓ ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿ ਇਹ ਵਰਖਾ ਦੇ ਉੱਤੇ ਜਾਂ ਮਾਨਸੂਨ ਦੇ ਉੱਤੇ ਨਿਰਭਰ ਕਰਦੀ ਹੈ ਤੇ ਮਾਨਸੂਨ ਜਿਹੜਾ ਹੈ ਇਹ ਇੱਕ ਕੁਦਰਤੀ ਤੱਤ ਹੈ ਜਿਹਦੇ ਉੱਤੇ ਮਨੁੱਖ ਦਾ ਕੋਈ ਕੰਟਰੋਲ ਨਹੀਂ। ਸੋ ਮਾਨਸੂਨ ਜੇ ਜ਼ਿਆਦਾ ਆ ਜਾਏ ਤਾਂ ਖੇਤੀ ਜਿਹੜੀ ਹੈ ਉਹ ਫਸਲ ਚੰਗੀ ਹੋ ਜਾਂਦੀ ਹੈ। ਜੇ ਲੋੜ ਤੋਂ ਘੱਟ ਪਵੇ ਬਾਰਿਸ਼ ਤਾਂ ਫਸਲ ਖਰਾਬ ਹੋ ਜਾਂਦੀ ਜਾਂ ਲੋੜ ਤੋਂ ਜ਼ਿਆਦਾ ਪੈ ਜਾਏ ਤਾਂ ਵੀ ਫਸਲਾਂ ਖਰਾਬ ਹੋ ਜਾਂਦੀਆਂ। ਸੋ ਖੇਤੀਬਾੜੀ ਦਾ ਜਿਹੜਾ ਉਤਪਾਦਨ ਹੈ ਜਾਂ ਉਸ ਤੋਂ ਹੋਣ ਵਾਲੀ ਜਿਹੜੀ ਆਮਦਨ ਹੈ ਉਹ ਸਥਿਰ ਨਹੀਂ ਹੈਗੀ ਫਿਕਸ ਨਹੀਂ ਹੈਗੀ ਉਹ ਅਸਥਿਰ ਹੈ। ਤਾਂ ਉਸ ਦਾ ਇਹਦੀ ਇਸ ਵਜ੍ਹਾ ਕਰਕੇ ਸਾਡੀ ਅਰਥ ਵਿਵਸਥਾ ਦੇ ਵਿੱਚ ਵੀ ਅਸਥਿਰਤਾ ਆ ਜਾਂਦੀ ਹੈ। ਸੋ ਇਹ ਜਿਹੜੀ ਅਸਥਿਰਤਾ ਆਈ ਹੈ ਇਸ ਨੂੰ ਕੰਟਰੋਲ ਕਰਨ ਵਾਸਤੇ ਜਾਂ ਇਸ ਨੂੰ ਦੂਰ ਕਰਨ ਵਾਸਤੇ ਸੇਵਾ ਖੇਤਰ ਜਿਹੜਾ ਉਹ ਸਾਡੀ ਮਦਦ ਕਰ ਸਕਦਾ ਕਿਉਂਕਿ ਸੇਵਾ ਖੇਤਰ ਇੱਕ ਐਸਾ ਖੇਤਰ ਹੈ ਜਿਹਦੇ ਉੱਪਰ ਬਾਰਿਸ਼ ਦਾ ਜਾਂ ਮੌਨਸੂਨ ਦਾ ਜਾਂ ਮੌਸਮੀ ਤੱਤਾਂ ਦਾ ਪ੍ਰਭਾਵ ਜਿਹੜਾ ਉਹ ਘੱਟ ਪੈਂਦਾ ਮਤਲਬ ਪੈਂਦਾ ਤਾਂ ਹੈ ਜ਼ਰੂਰ ਪਰ ਬਹੁਤ ਹੀ ਘੱਟ ਪੈਂਦਾ ਹੈ। ਤਾਂ ਇਸ ਵਜ੍ਹਾ ਕਰਕੇ ਸੇਵਾ ਖੇਤਰ ਦੇ ਵਿੱਚ ਜਿਹੜਾ ਉਤਪਾਦਨ ਹੁੰਦਾ ਹੈ ਉਹਦੇ ਵਿੱਚ ਸਥਿਰਤਾ ਹੁੰਦੀ ਹੈ ਤੇ ਸੇਵਾ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਆਮਦਨ ਜਿਹੜੀ ਹੈ ਉਹ ਸਥਿਰ ਹੁੰਦੀ ਹੈ। ਤਾਂ ਇਸ ਤਰ੍ਹਾਂ ਬੱਚੋ ਅਰਥ ਵਿਵਸਥਾ ਨੂੰ ਸਥਿਰਤਾ ਪ੍ਰਦਾਨ ਕਰਨ ਵਾਸਤੇ ਸੇਵਾ ਖੇਤਰ ਜਿਹੜਾ ਹੈ ਉਹ ਸਾਡੇ ਦੇਸ਼ ਲਈ ਬਹੁਤ ਹੀ ਸਹਾਇਕ ਸਿੱਧ ਹੋ ਰਿਹਾ। ਤਾਂ ਹੁਣ ਆਪਾਂ ਅਖੀਰ ਦੇ ਵਿੱਚ ਦੇਖਦੇ ਹਾਂ ਕਿ ਆਮਦਨ ਤੇ ਰੁਜ਼ਗਾਰ ਦੇ ਸਿਰਜਣ ਵਿੱਚ ਸੇਵਾ ਖੇਤਰ ਦਾ ਯੋਗਦਾਨ ਜਿਹੜੇ ਪੁਆਇੰਟ ਆਪਾਂ ਹੁਣੇ ਡਿਸਕਸ ਕੀਤੇ ਆ ਉਹਨਾਂ ਨੂੰ ਇੱਕ ਵਾਰੀ ਰਿਵਾਈਜ਼ ਕਰ ਲਈਏ ਆਪਾਂ ਇਹਨਾਂ ਸਾਰੇ ਪੁਆਇੰਟਾਂ ਨੂੰ। ਸੋ ਪਹਿਲਾ ਸੀਗਾ ਇਹਦੇ ਵਿੱਚ ਪ੍ਰਾਥਮਿਕ ਅਤੇ ਗੌਣ ਖੇਤਰ ਦੀ ਵਾਧੂ ਕਾਰਜ ਸ਼ਕਤੀ ਨੂੰ ਕੰਮ ਦੇਣਾ। ਦੂਸਰਾ ਕੁੱਲ ਘਰੇਲੂ ਉਤਪਾਦਨ ਵਿੱਚ ਯੋਗਦਾਨ। ਤੀਸਰਾ ਵਿਕਾਸ ਦੀ ਦਰ ਨੂੰ ਤੇਜ਼ ਕਰਨਾ। ਚੌਥਾ ਵਿਦੇਸ਼ੀ ਵਪਾਰ ਵਿੱਚ ਯੋਗਦਾਨ। ਪੰਜਵਾਂ ਮਨੁੱਖੀ ਪੂੰਜੀ ਨਿਰਮਾਣ ਵਿੱਚ ਯੋਗਦਾਨ।
6ਵਾਂ ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਦੇਸ਼ ਵਿੱਚ ਲਿਆਉਣ ਵਿੱਚ ਸਹਾਇਕ। 7ਵਾਂ ਆਰਥਿਕ ਢਾਂਚੇ ਅਤੇ ਸੰਚਾਰ ਸੇਵਾਵਾਂ ਦੇ ਵਿਕਾਸ ਵਿੱਚ ਸਹਾਇਕ। ਤੇ 8ਵਾਂ ਅਰਥ ਵਿਵਸਥਾ ਨੂੰ ਸਥਿਰਤਾ ਦੇਣਾ। ਤਾਂ ਇਹ ਹੋ ਗਿਆ ਆਮਦਨ ਅਤੇ ਰੁਜ਼ਗਾਰ ਦੇ ਸਿਰਜਣ ਵਿੱਚ ਸੇਵਾ ਖੇਤਰ ਦਾ ਯੋਗਦਾਨ। ਸੋ ਬੱਚਿਓ, ਅੱਜ ਦੇ ਇਸ ਲੈਸਨ ਦੇ ਵਿੱਚ ਆਪਾਂ ਜੋ ਕੁਝ ਪੜ੍ਹਿਆ ਆਪਾਂ ਫਟਾਫਟ ਉਸ ਨੂੰ ਰਿਵਾਈਜ਼ ਕਰ ਲਈਏ। ਸੋ ਪਹਿਲਾਂ ਆਪਾਂ ਦੇਖਿਆ ਕਿ ਆਰਥਿਕ ਕਿਰਿਆਵਾਂ ਕੀ ਹੁੰਦੀਆਂ ਨੇ। ਅਰਥ ਵਿਵਸਥਾ ਦੇ ਖੇਤਰ ਜਿਹੜੇ ਆ ਉਹਨਾਂ ਨੂੰ ਅਸੀਂ ਵੱਖ-ਵੱਖ ਆਧਾਰਾਂ ਤੇ ਵੱਖ-ਵੱਖ ਖੇਤਰਾਂ ਵਿੱਚ ਵੰਡਦੇ ਹਾਂ, ਜਿਵੇਂ ਮਲਕੀਅਤ ਜਾਂ ਮਾਲਕੀ ਦੇ ਆਧਾਰ ਤੇ, ਕੰਮ ਦੀਆਂ ਸਥਿਤੀਆਂ ਦੇ ਆਧਾਰ ਤੇ ਆਰਥਿਕ ਕਿਰਿਆਵਾਂ ਦੇ ਸੁਭਾਅ ਦੇ ਆਧਾਰ ਤੇ। ਮਲਕੀਅਤ ਜਾਂ ਮਾਲਕੀ ਦੇ ਆਧਾਰ ਤੇ ਅਰਥ ਵਿਵਸਥਾ ਦੇ ਖੇਤਰ 3 ਹੁੰਦੇ ਹਨ: ਸਰਵਜਨਕ ਖੇਤਰ, ਨਿੱਜੀ ਖੇਤਰ, ਮਿਸ਼ਰਿਤ ਖੇਤਰ। ਉਸ ਤੋਂ ਅੱਗੇ ਆਪਾਂ ਪੜ੍ਹਿਆ ਸੀ ਕਿ ਮਲਕੀਅਤ ਜਾਂ ਮਾਲਕੀ ਦੇ ਆਧਾਰ ਤੇ ਅਰਥ ਵਿਵਸਥਾ ਦੇ ਖੇਤਰ ਉਹ ਵੀ 3 ਹੁੰਦੇ ਹਨ: ਸਰਵਜਨਕ ਖੇਤਰ, ਨਿੱਜੀ ਖੇਤਰ, ਮਿਸ਼ਰਿਤ ਖੇਤਰ। ਸਰਵਜਨਕ ਖੇਤਰ ਨੂੰ ਆਪਾਂ ਸਰਕਾਰੀ ਖੇਤਰ ਵੀ ਕਹਿ ਦਿੰਦੇ ਆ। ਨਿੱਜੀ ਖੇਤਰ ਤੇ ਮਿਸ਼ਰਿਤ ਖੇਤਰ ਵਿੱਚ ਇਹ ਦੋਨੋਂ ਖੇਤਰ ਆ ਜਾਂਦੇ ਨੇ। ਫਿਰ ਆਪਾਂ ਪੜ੍ਹਿਆ ਸੀ ਕੰਮ ਦੀਆਂ ਸਥਿਤੀਆਂ ਦੇ ਆਧਾਰ ਤੇ ਅਰਥ ਵਿਵਸਥਾ ਦੇ ਖੇਤਰ। ਤਾਂ ਇਹ 2 ਖੇਤਰ ਸਨ, ਸੰਗਠਿਤ ਖੇਤਰ ਤੇ ਅਸੰਗਠਿਤ ਖੇਤਰ। ਉਸ ਤੋਂ ਬਾਅਦ ਆਪਾਂ ਪੜ੍ਹਿਆ ਸੀ ਆਰਥਿਕ ਕਿਰਿਆਵਾਂ ਦੇ ਸੁਭਾਅ ਦੇ ਆਧਾਰ ਤੇ ਅਰਥ ਵਿਵਸਥਾ ਦੇ ਖੇਤਰ। ਤਾਂ ਆਪਾਂ ਉਹਦੇ 'ਚ ਪੜ੍ਹਿਆ 3 ਤਰ੍ਹਾਂ ਦੇ ਖੇਤਰ: ਪ੍ਰਾਥਮਿਕ ਖੇਤਰ ਜਾਂ ਪ੍ਰਾਇਮਰੀ ਸੈਕਟਰ, ਗੌਣ ਖੇਤਰ ਜਾਂ ਸੈਕੰਡਰੀ ਸੈਕਟਰ, ਟਰਸ਼ਰੀ ਜਾਂ ਸੇਵਾ ਖੇਤਰ, ਟਰਸ਼ਰੀ ਔਰ ਸਰਵਿਸ ਸੈਕਟਰ। ਸੋ ਬੱਚਿਓ, ਤੁਸੀਂ ਬੜੇ ਧਿਆਨ ਨਾਲ ਇਸ ਲੈਕਚਰ ਨੂੰ ਸੁਣਿਆ ਹੈ। ਹੁਣ ਤੁਸੀਂ ਇਸ ਲੈਸਨ ਨੂੰ ਘਰੇ ਜਾ ਕੇ ਰਿਵਾਈਜ਼ ਕਰਨਾ ਹੈ ਔਰ ਜਿਹੜੇ ਮੇਨ ਪੁਆਇੰਟਸ ਆ ਇਹਦੇ ਉਹ ਆਪਣੀਆਂ ਨੋਟਬੁੱਕਸ ਦੇ ਉੱਤੇ ਲਿਖ ਕੇ ਲੈ ਕੇ ਆਉਣੇ ਆ। ਜੇ ਕਿਸੇ ਗੱਲ ਦੀ ਸਮਝ ਨਹੀਂ ਲਈ ਤਾਂ ਤੁਸੀਂ ਆਪਣੇ ਅਧਿਆਪਕ ਦੇ ਨਾਲ ਇਹਨਾਂ ਚੀਜ਼ਾਂ ਨੂੰ ਡਿਸਕਸ ਵੀ ਕਰਨਾ ਹੈ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।